ਦੇਖੋ ਜੀ, ਸੰਗਰੂਰ ਤਾਂ ਦੁਹਰਾਇਆ ਨਹੀਂ ਜਾਊਗਾ। ਕਾਰਨ ਕੀ ਹੈ ਕਿ ਸੰਗਰੂਰ ਉਪਚੋਣ ਤੋਂ ਪਹਿਲਾਂ 3 ਮਹੀਨੇ 'ਚ ਕੋਈ ਐਂਟੀ ਇਨਕੰਬੈਂਸੀ ਨਹੀਂ ਹੁੰਦੀ। ਉਪਚੋਣ ਤੋਂ ਪਹਿਲਾਂ ਬੜੀ ਬਦਕਿਸਮਤੀ ਨਾਲ ਇਹ ਕਤਲ ਕਰਵਾਇਆ ਗਿਆ। ਉਹ ਸਿੱਧੂ ਮੂਸੇਵਾਲਾ ਦਾ ਕਤਲ ਸੀ। ਅਜਨਾਲੇ ਦੀਆਂ ਘਟਨਾਕ੍ਰਮ ਜਿਹੜਾ ਵੀ ਹੋਇਆ, ਪੰਜਾਬ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਬਟ ਮੈਂ ਦਾਦ ਦਊਂਗਾ ਮਾਨ ਸਾਹਿਬ ਦੀ ਤੇ ਪੰਜਾਬ ਪੁਲਿਸ ਦੀ, ਜਿਨ੍ਹਾਂ ਨੇ ਬੜੇ ਮੌਕੇ ਨਾਲ ਨਾ ਸਿਰਫ ਨਜ਼ਾਕਤ ਨਾਲ ਉਹ ਮੌਕਾ ਸੰਭਾਲਿਆ, ਇਤਿਹਾਸ ਨੂੰ ਰਿਪੀਟ ਨਹੀਂ ਹੋਣ ਦਿੱਤਾ। ਪਹਿਲੀ ਸਰਕਾਰ ਆਈ ਹੈ ਜਿਨ੍ਹਾਂ ਨੇ ਆਪਣੇ ਮੰਤਰੀ ਨੂੰ ਇਹ ਸੋਚ ਤੇ ਵੀ, ਇਹ ਮਨਸ਼ਾ ਤੇ ਕਿ ਉਹ ਪੈਸੇ ਖਾਊਗਾ, ਅਰੈਸਟ ਕਰਾਇਆ। ਜਦੋਂ ਲੀਡਰ ਆਫ ਆਪੋਜੀਸ਼ਨ ਅਸੈਂਬਲੀ 'ਚ ਖੜ ਕੇ ਆਪਣੇ ਦੇਸ਼ ਦੀਆਂ ਪੈਰਾਮਿਲਟਰੀ ਫੋਰਸਿਸ ਨੂੰ ਈਸਟ ਇੰਡੀਆ ਕੰਪਨੀ ਦੀਆਂ ਫੋਰਸਿਸ ਨਾਲ ਕੰਪੇਅਰ ਕਰਦੇ ਆ, ਹਾਲਾਂਕਿ 15 ਸਾਲ ਤੋਂ ਉਹਨਾਂ ਕੋਲ ਸਿਕਿਉਰਿਟੀ ਵੀ ਹਲੇ ਵੀ ਅਨਸਰ ਹੈਗੇ ਆ ਜਿਹੜੇ ਅਨਸਰ ਇਸ ਚੀਜ਼ ਤੇ ਚੱਲਦੇ ਆ, ਚਾਹੇ ਉਹ ਪੋਲੀਟੀਕਲ ਰੀਜ਼ਨ ਹੋਵੇ ਚਾਹੇ ਫਾਈਨੈਂਸ਼ੀਅਲ ਹੋਵੇ, ਹਲੇ ਵੀ ਇਹ ਜਿਹੇ ਅਨਸਰ ਹੈ। ਬਿਸ਼ਨੋਈ ਦੀ ਇੰਟਰਵਿਊ ਕੱਢ ਦਿੰਦੇ ਆ, ਇੰਟਰਵਿਊ ਕੱਢਦੇ ਆ ਉਦੋਂ ਦੀ ਪੰਜਾਬ ਦੇ ਵਿੱਚ ਜ਼ਿਆਦਾ ਹੋਇਆ ਆਈਸੋਲੇਸ਼ਨ 'ਚ, ਜਾਂ ਇੰਟਰਵਿਊ ਕੱਢਦੇ ਆ ਕਿ ਜਦੋਂ ਉਹਦੇ ਬਾਲ ਲੰਬੇ ਸੀ, ਦਾੜੀ ਲੰਬੀ ਸੀ, ਜਦੋਂ ਦਿੱਲੀ ਸੀ, ਸਾਡੇ ਕੋਲ ਉਦੋਂ ਨਹੀਂ ਆਇਆ ਸੀ। ਜਦੋਂ ਪੁਆਇੰਟ ਆਊਟ ਕਰਦੇ ਡੀਜੀਪੀ ਸਾਹਿਬ, ਤੁਸੀਂ ਦੇਖੋ ਕਿਸ ਹੱਦ ਤੱਕ ਫਾਰਵਰਡ ਪਲੈਨਿੰਗ ਕੀਤੀ ਉਹਨੇ ਕਿ ਇੱਕ ਬਾਲ ਕਟਾ ਕੇ ਵੀ ਇੰਟਰਵਿਊ ਕਰਦੇ ਸੀ। ਜਿਹੜਾ ਕੰਟੈਂਪਰਰੀ ਸਵਾਲ ਜਿਹੜਾ ਉਹਦੇ ਪੰਜਾਬ ਤੋਂ ਬਾਅਦ ਆਉਣ ਵਾਲਾ ਜਿਹੜਾ ਘਟਨਾਕ੍ਰਮ ਹੋਇਆ, ਉਹਦੇ ਬਾਰੇ ਕੋਈ ਸਵਾਲ ਨਹੀਂ ਪੁੱਛਿਆ ਗਿਆ। ਤੇ ਜਿਹਨੂੰ ਵੀ ਕਿਸੇ ਨੂੰ ਮਾੜਾ ਜਿਹਾ ਵੀ ਇਹਦਾ ਗਿਆਨ ਹੈ, ਉਹ ਦੱਸ ਸਕਦਾ ਕਿ ਇਹ ਪਹਿਲਾਂ ਦੀ ਕਰਕੇ ਸ਼ਰਾਰਤ ਕੀਤੀ ਜਾ ਰਹੀ ਹੈ, ਐਂਡ ਮੈਂ ਕਿਸੇ ਤੇ ਉਂਗਲ ਨਹੀਂ ਚੱਕੂੰਗਾ। ਜੇ ਕੋਈ ਸਿਲੈਕਸ਼ਨ ਦਊਗਾ, ਮਾਈਂਡ ਯੂ, ਸਾਡਾ ਜਾਂ ਬਗਾਨਾ, ਭਾਵੇਂ ਜਿੰਨੀ ਮਰਜ਼ੀ ਪਾਵਰਫੁਲ ਪੋਜੀਸ਼ਨ ਤੇ ਹੋਵੇ, ਅਸੀਂ ਇਹ ਸਿੱਧ ਕਰ ਚੁੱਕੇ ਹਾਂ, ਬਖਸ਼ਾਂਗੇ। ਦੂਜੀ ਗੱਲਾਂ ਉਣਾਈਆਂ, ਉਹ ਸੁਹਾਣੇ ਗੁਰਦੁਆਰਾ ਸਾਹਿਬ ਇੱਕ ਬੱਚਾ ਪੇਪਰ ਦੇਣ ਆਇਆ, ਇਹ ਤੁਸੀਂ ਬਹੁਤ ਸੁਣਿਆ ਹੋਣਾ, ਉਹਨੂੰ ਚੱਕ ਲਿਆ। ਉਹ ਸਰ ਮੈਨੂੰ ਆਈ ਥਿੰਕ ਉਸ ਬੱਚੇ ਦਾ ਨਾਮ ਨਹੀਂ ਦੱਸਿਆ ਕਿਸੇ ਨੇ। ਮੈਂ ਉਹਨਾਂ ਨੂੰ ਪੁੱਛ ਮਾਰ ਗਿਆ ਕਿ ਬੱਚੇ ਦਾ ਨਾਮ ਤਾਂ ਦੱਸ ਦਿਓ, ਜੇ ਜੈਨੂਅਨਲੀ ਕਿਸੇ ਦਾ ਬੱਚਾ ਚੱਕਿਆ ਗਿਆ, ਤੁਸੀਂ ਇੰਨੇ ਉਹਦੇ ਚਿੰਤਿਤ ਹੋ, ਉਹਦਾ ਨਾਮ ਤਾਂ ਦੱਸੋ, ਅਸੀਂ ਪਤਾ ਤਾਂ ਕਰਾਈਏ। ਕੋਈ ਚੱਕਿਆ ਹੀ ਨਹੀਂ। ਆਮ ਆਦਮੀ ਪਾਰਟੀ ਦਾ ਪਹਿਲਾ ਤਾਂ ਇਮਤਿਹਾਨ ਉਸ ਵੇਲੇ ਆਇਆ ਜਦੋਂ ਸੰਗਰੂਰ ਦੇ ਵਿੱਚ ਉਪਚੋਣ ਦੇ ਵਿੱਚ ਉਹਨਾਂ ਨੂੰ 3 ਮਹੀਨੇ ਬਾਅਦ ਹੀ ਹਾਰ ਦਾ ਸਾਹਮਣਾ ਕਰਨਾ ਹੋਇਆ। ਜਲੰਧਰ ਉਪਚੋਣ ਵੀ ਆ ਚੁੱਕੀ ਆ, ਜਿਹੜੀ ਚੌਧਰੀ ਸੰਤੋਖ ਸਿੰਘ ਦੀ ਮੌਤ ਦੇ ਬਾਅਦ ਖਾਲੀ ਹੋਈ ਆ। ਜਲੰਧਰ ਉਪਚੋਣ ਦਾ ਘਟਨਾਕ੍ਰਮ ਇਸ ਤਰ੍ਹਾਂ ਦਾ ਦੇਖਿਆ ਜਾ ਰਿਹਾ ਕਿ ਕਾਂਗਰਸ ਨੇ ਜਿੱਥੇ ਬੀਬੀ ਕਰਮਜੀਤ ਕੌਰ ਨੂੰ ਉਮੀਦਵਾਰ ਐਲਾਨਿਆ, ਤੇ ਉੱਥੇ ਦੂਜੀਆਂ ਪਾਰਟੀਆਂ ਨੂੰ ਉਮੀਦਵਾਰ ਐਲਾਨਣ ਵਿੱਚ ਬੜੀ ਦੇਰੀ ਇਸ ਕਰਕੇ ਹੋ ਰਹੀ ਸੀ ਕਿ ਉਹਨਾਂ ਦੀ ਇੱਛਾ ਦੇ ਮੁਤਾਬਕ ਉਹਨਾਂ ਨੂੰ ਕੋਈ ਉਮੀਦਵਾਰ ਨਹੀਂ ਸੀ ਮਿਲ ਰਿਹਾ। ਜੋੜ ਤੋੜ ਦੇ ਬੜੇ ਅੰਕੜੇ ਖੇਡੇ ਗਏ। ਭਾਜਪਾ ਆਪਣੇ ਅੰਕੜੇ ਖੇਡਦੀ ਆ, ਸੁਖਬੀਰ ਬਾਦਲ ਦੀ ਪਾਰਟੀ ਹਜੇ ਤੱਕ ਕੋਈ ਉੱਥੋਂ ਉਮੀਦਵਾਰ ਨਹੀਂ ਦੇ ਸਕੀ, ਤੇ ਖਾਸ ਕਰਕੇ ਸੱਤਾਧਾਰੀ ਪਾਰਟੀ 'ਤੇ ਸਵਾਲ ਉੱਠਦਾ ਸੀ ਕਿ ਜਿਸ ਪਾਰਟੀ ਦੀ ਸੱਤਾ ਹੋਵੇ, 1 ਸਾਲ ਦੀ ਸਰਕਾਰ ਚਲਾਈ ਹੋਵੇ, ਉਹਨਾਂ ਕੋਲ 1 ਸਾਲ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਇਹਨਾਂ ਕੋਲ ਵਿਅਕਤੀ ਨਹੀਂ ਹੈਗਾ ਜਿਹੜਾ ਇਸ ਉਪ ਇਲੈਕਸ਼ਨ ਦੇ ਵਿੱਚ ਇੱਥੋਂ ਫਾਈਟ ਕਰ ਸਕੇ। ਕੱਲ੍ਹ ਸੁਸ਼ੀਲ ਰਿੰਕੂ ਜੀ ਸ਼ਾਮਲ ਹੋ ਗਏ ਨੇ, ਜਿਹੜੇ ਕਿ ਕਾਂਗਰਸ ਦੇ ਵਿੱਚ ਰਹਿੰਦਿਆਂ ਭਗਵੰਤ ਮਾਨ 'ਤੇ ਤਿੱਖੇ ਹਮਲੇ ਕਰਦੇ ਰਹੇ ਨੇ। ਆਮ ਆਦਮੀ ਪਾਰਟੀ ਸ਼ਮੂਲੀਅਤ ਤੋਂ ਬਾਅਦ ਉਹਨਾਂ ਨੂੰ ਉਮੀਦਵਾਰ ਬਣਾ ਦਿੱਤਾ ਗਿਆ। ਸਰਦਾਰ ਅਹਿਬਾਬ ਗਰੇਵਾਲ ਮੇਰੇ ਨਾਲ ਮੌਜੂਦ ਆ, ਮੈਂ ਕਰਦਾ ਉਹਨਾਂ ਨਾਲ ਗੱਲਬਾਤ ਕਿ ਇਹ ਉਪਚੋਣ ਕਿਸ ਤਰ੍ਹਾਂ ਦਾ ਇਮਤਿਹਾਨ ਪਾਸ ਕਰੇਗੀ ਜਾਂ ਕਿ ਸੰਗਰੂਰ ਦੁਹਰਾਇਆ ਜਾਏਗਾ ਲੋਕਾਂ ਵੱਲੋਂ। ਅਹਿਬਾਬ ਜੀ, ਗਰੇਵਾਲ ਸਾਹਿਬ, ਬਹੁਤ ਨਿੱਘਾ ਜੀ। ਸਤਿ ਸ਼੍ਰੀ ਅਕਾਲ ਭਾਈ, ਤੁਹਾਡਾ ਧੰਨਵਾਦ ਬਹੁਤ। ਗਰੇਵਾਲ ਸਾਹਿਬ, ਸੰਗਰੂਰ ਇਲੈਕਸ਼ਨ ਦੇ ਵਿੱਚ ਜਿੱਥੇ ਲਗਭਗ 70 ਹਜ਼ਾਰ ਦੇ ਨਾਲ, 60 ਹਜ਼ਾਰ ਦੇ ਨਾਲ ਤੁਹਾਡੇ ਮੁੱਖ ਮੰਤਰੀ ਜਿੱਤੇ, ਅਮਨ ਅਰੋੜਾ ਜਿੱਤੇ, ਲਗਭਗ 3.5 ਲੱਖ ਦੀ ਲੀਡ ਸੀ। 3 ਮਹੀਨਿਆਂ ਬਾਅਦ ਲੋਕਾਂ ਨੇ ਤੁਹਾਨੂੰ ਉੱਥੇ ਸ਼ੀਸ਼ਾ ਦਿਖਾਇਆ ਵੀ ਅਸੀਂ ਤੁਹਾਡੀ ਸਰਕਾਰ ਦੇ ਖਿਲਾਫ ਹਾਂ। ਜਲੰਧਰ ਉਪਚੋਣ ਆ ਗਈ ਆ, ਕੀ ਸੰਗਰੂਰ ਦੁਹਰਾਇਆ ਜਾਊਗਾ ਲੋਕਾਂ ਵੱਲੋਂ ਕਿ ਜਾਂ 1 ਸਾਲ ਦੀ ਕਾਰਜਕਾਰੀ ਤੁਹਾਨੂੰ ਸਫਲਤਾ ਵੱਲ ਲੈ ਕੇ ਜਾਊਗੀ? ਦੇਖੋ ਜੀ, ਸੰਗਰੂਰ ਤਾਂ ਦੁਹਰਾਇਆ ਨਹੀਂ ਜਾਊਗਾ। ਕਾਰਨ ਕੀ ਹੈ ਕਿ ਸੰਗਰੂਰ ਉਪਚੋਣ ਤੋਂ ਪਹਿਲਾਂ 3 ਮਹੀਨੇ 'ਚ ਕੋਈ ਐਂਟੀ ਇਨਕੰਬੈਂਸੀ ਨਹੀਂ ਹੁੰਦੀ। ਉਪਚੋਣ ਤੋਂ ਪਹਿਲਾਂ ਬੜੀ ਬਦਕਿਸਮਤੀ ਨਾਲ ਇੱਕ ਕਤਲ ਕਰਵਾਇਆ ਗਿਆ, ਉਹ ਸਿੱਧੂ ਮੂਸੇਵਾਲਾ ਦਾ ਕਤਲ ਸੀ। ਉਸ ਕਤਲ ਨੇ ਸਾਰੇ ਸਮੀਕਰਨ ਬਦਲਤੇ, ਪਹਿਲੀ ਗੱਲ। ਦੂਜਾ, ਮੈਨੂੰ ਨਹੀਂ ਲੱਗਦਾ ਕਿ ਇੰਡੀਪੈਂਡੈਂਟ ਇੰਡੀਆ ਦੇ ਇਤਿਹਾਸ 'ਚ ਕੋਈ ਇਹੋ ਜਿਹੀ ਉਪਚੋਣ ਹੋਈ ਹੋਊਗੀ ਜਿੱਥੇ ਰੂਲਿੰਗ ਪਾਰਟੀ ਨੇ ਸਰਕਾਰੀ ਤੰਤਰ ਦਾ ਇਸਤੇਮਾਲ ਨਾ ਕੀਤਾ ਹੋਵੇ। ਐਂਡ ਅਸੀਂ ਬੜੇ ਮਾਣ ਨਾਲ ਕਹਿ ਰਹੇ ਹਾਂ ਕਿ ਉਹਦੇ 'ਚ ਕਿਸੇ ਤਰੀਕੇ ਦਾ ਕੋਈ ਸਰਕਾਰੀ ਤੰਤਰ ਦਾ ਇਸਤੇਮਾਲ ਨਹੀਂ ਹੋਇਆ। ਹਾਂ, ਲੋਕਾਂ ਨੂੰ ਇੱਕ ਭਾਵਨਾਤਮਕ ਤਰੀਕੇ ਨਾਲ ਇੱਕ ਸੱਟ ਵੱਜੀ ਸੀ ਸਿੱਧੂ ਮੂਸੇਵਾਲੇ ਦੇ ਕਤਲ ਨਾਲ, ਜਿਹਦਾ ਖਾਮਿਆਜ਼ਾ ਸਾਨੂੰ ਭੁਗਤਣਾ ਪਿਆ। ਨੰਬਰ 2, ਜਿਹੜੀ ਚੀਜ਼ ਜ਼ਰੂਰੀ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਨਵੀਂ ਸਰਕਾਰ ਸੀ ਅਤੇ ਪਾਰਟੀ ਉਦੋਂ ਵੋਲੰਟੀਅਰਸ ਵਾਲ ਇੰਨਾ ਧਿਆਨ ਨਹੀਂ ਦੇ ਪਾ ਰਹੀ ਸੀ। ਸੋ ਉਹਦੇ 2-3 ਰਲੇ ਮਿਲਵੇਂ ਕਾਰਨ ਬਣੇ, 5,000 ਦਾ ਡਿਫਰੈਂਸ ਬਣਿਆ। ਬਟ ਹੁਣ ਕੀ ਹੋਇਆ ਕਿ ਪਹਿਲਾਂ ਤਾਂ ਇਤਿਹਾਸ ਦੌਰਾਨ ਨਹੀਂ ਦਿੱਤਾ ਗਿਆ। ਅਜਨਾਲੇ ਦੀਆਂ ਘਟਨਾਕ੍ਰਮ ਜਿਹੜਾ ਵੀ ਹੋਇਆ, ਪੰਜਾਬ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਬਟ ਮੈਂ ਦਾਦ ਦਊਂਗਾ ਮਾਨ ਸਾਹਿਬ ਦੀ ਤੇ ਪੰਜਾਬ ਪੁਲਿਸ ਦੀ, ਜਿਨ੍ਹਾਂ ਨੇ ਬੜੇ ਮੌਕੇ ਨਾਲ ਨਾ ਸਿਰਫ ਨਜ਼ਾਕਤ ਨਾਲ ਉਹ ਮੌਕਾ ਸੰਭਾਲਿਆ, ਇਤਿਹਾਸ ਨੂੰ ਰਿਪੀਟ ਨਹੀਂ ਹੋਣ ਦਿੱਤਾ। ਪਰ ਆਹ ਜਿਹੜੀ ਧਰਮ ਦੀ ਰਾਜਨੀਤੀ ਵਾਲਾ ਘਿਨੌਣਾ ਇੱਕ ਰਾਖਸ਼ਸ ਆਪਣੇ ਇੱਕ ਕੈਂਸਰ ਵੜ ਗਿਆ ਸੀਗਾ ਕਿ ਕਦੇ ਬੇਅਦਬੀ ਕਰਾਓ ਤੇ ਕਦੇ ਝਗੜੇ ਕਰਾਓ ਤੇ ਫਿਰ ਇਲੈਕਸ਼ਨ ਦਾ ਰਿਜ਼ਲਟ ਬਦਲੋ, ਜੋ ਕਿ 2017 'ਚ ਵੀ ਹੋਇਆ, 22 'ਚ ਵੀ ਕੋਸ਼ਿਸ਼ ਹੋਈ, ਉਹਨੂੰ ਫੁੱਲ ਸਟਾਪ ਲਾ ਦਿੱਤਾ ਗਿਆ। ਸੋ ਪਹਿਲਾ ਕਾਰਨ ਉਹ। ਦੂਜਾ ਕਾਰਨ, ਪੰਜਾਬ 'ਚ ਕਿਸੇ ਵੀ ਹਾਲ 'ਚ ਮਾਹੌਲ ਨਹੀਂ ਖਰਾਬ ਹੋਣ ਦਿੱਤਾ ਗਿਆ। ਨੰਬਰ 3, ਪੂਰੇ 1 ਸਾਲ 'ਚ
ਨਾਟ ਬਿਕੋਜ਼ ਕਿ ਸਾਡੀ ਸਰਕਾਰ ਹੈ, ਪਰ ਮੈਂ ਮੰਨਦਾ ਕਿ ਮੈਂ ਆਪਣੀ ਸਰਕਾਰ ਨੂੰ 75 ਤੋਂ 80% ਨੰਬਰ ਦਊਂਗਾ। ਉਹਦਾ ਕਾਰਨ ਹੈ ਕਿ ਸਭ ਤੋਂ ਪਹਿਲਾਂ ਕਰਪਸ਼ਨ ਫਰੀ ਡਿਲੀਵਰੀ ਗਵਰਨਮੈਂਟ ਦੀ ਹੋਈ ਹੈ ਜੀ। ਪਹਿਲੀ ਸਰਕਾਰ ਆਈ ਹੈ ਜਿਨ੍ਹਾਂ ਨੇ ਆਪਣੇ ਮੰਤਰੀ ਨੂੰ ਇਹ ਸੋਚ 'ਤੇ ਵੀ, ਇਹ ਮਨਸ਼ਾ 'ਤੇ ਕਿ ਉਹ ਪੈਸੇ ਖਾਊਗਾ, ਅਰੈਸਟ ਕਰਾਇਆ। MLA ਦੇ ਖਿਲਾਫ ਕੋਈ ਸ਼ਿਕਾਇਤ ਆਈ, ਅਰੈਸਟ ਕਰਾਇਆ। ਸੋ ਅਸੀਂ ਪਹਿਲਾਂ ਆਪਣੀ ਪੀੜ੍ਹੀ 'ਚ ਸੋਟਾ ਮਾਰ ਰਹੇ ਹਾਂ। ਸੈਕੰਡਲੀ, ਪੰਜਾਬ ਦੇ ਵਿੱਚ ਜਿਹੜੇ ਫੈਕਟਰ ਸੀਗੇ, ਜਿਹੜੇ ਲੋਕ ਮੰਗਦੇ ਸੀ, ਹੈਲਥ, ਐਜੂਕੇਸ਼ਨ, ਉਹ 'ਤੇ ਸਰਕਾਰ ਨੇ ਕੰਮ ਸ਼ੁਰੂ ਕੀਤਾ, ਜਿਹਦੇ ਰਿਜ਼ਲਟਸ ਆਉਣੇ ਸ਼ੁਰੂ ਹੋ ਗਏ। 500-600 ਮੁਹੱਲਾ ਕਲੀਨਿਕ ਬਣ ਗਏ, ਸਕੂਲਾਂ 'ਤੇ ਕੰਮ ਚੱਲ ਰਿਹਾ, ਬਾਕੀ ਬੇਸਿਕ ਫੈਸਿਲਿਟੀਜ਼ 'ਤੇ ਬਿਜਲੀ 'ਤੇ ਕੰਮ ਹੋ ਗਿਆ। ਹੁਣ ਜਿਵੇਂ ਕਿ ਬੜਾ ਕਰੋਪੀ ਆਈ ਹੈ, ਕੁਦਰਤ ਦੀ ਮਾਰ ਆਈ ਹੈ, ਅਸੀਂ ਉਸ ਆਪਦਾ 'ਚੋਂ ਅਵਸਰ ਲੱਭ ਰਹੇ ਹਾਂ ਕਿ ਕਿਸੇ ਨਾ ਕਿਸੇ ਤਰੀਕੇ ਕਿਸਾਨੀ ਨੂੰ ਵੀ ਆਪਾਂ ਥੋੜ੍ਹਾ ਜਿਹਾ ਪ੍ਰੋਫਿਟੇਬਲ ਮੋੜ ਦਈਏ। ਸੋ ਮੇਰਾ ਮੰਨਣਾ ਇਹ ਹੈ ਕਿ ਜਲੰਧਰ ਬਾਈ ਇਲੈਕਸ਼ਨ ਅਲੱਗ ਤਰ੍ਹਾਂ ਦਾ ਟੈਸਟ ਹੋਏਗਾ, ਅਤੇ ਯਕੀਨ ਨਾਲ ਕਹਿੰਦੇ ਹਾਂ ਕਿ ਐਤਕੀ ਮਾਨ ਸਾਹਿਬ ਦੀ ਅਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਵੋਟਾਂ ਪੈਣਗੀਆਂ, ਅਤੇ ਉਹ ਮੇਰੇ ਹਿਸਾਬ ਨਾਲ ਚੰਗੀ ਰਹੀ ਹੈ। ਜੀ, ਅਹਿਬਾਬ ਗਰੇਵਾਲ ਜੀ, ਜੇ ਆਪਾਂ ਗੱਲ ਕਰੀਏ, ਦੁਆਬਾ ਖੇਤਰ ਜਿਹੜਾ ਆ ਇਹ SC ਕਮਿਊਨਿਟੀ ਦਾ ਗੜ੍ਹ ਮੰਨਿਆ ਜਾਂਦਾ। 4 ਸੀਟਾਂ ਜਲੰਧਰ ਜ਼ਿਲ੍ਹੇ ਦੇ ਵਿੱਚ ਰਿਜ਼ਰਵ ਨੇ ਅਤੇ 5 ਸੀਟਾਂ ਜਨਰਲ ਨੇ, ਜਿਨ੍ਹਾਂ ਦੇ ਵਿੱਚੋਂ 4 MLA ਤੁਹਾਡੇ ਜ਼ਿਲ੍ਹੇ ਜਲੰਧਰ 'ਚੋਂ ਜਿੱਤੇ ਹੋਏ ਨੇ ਅਤੇ 5 ਕਾਂਗਰਸ ਦੇ ਜਿੱਤੇ ਹੋਏ। ਅਕਾਲੀ ਦਲ ਦਾ ਇੱਥੇ ਖਾਤਾ ਨਹੀਂ ਖੁੱਲ੍ਹਿਆ। 1 ਸਾਲ ਦੀ ਕਾਰਜਕਾਰੀ ਹੋਵੇ ਦੁਆਬੇ ਦੇ ਵਿੱਚ, ਵੱਡੀ ਮਤਲਬ ਕਹਿ ਸਕਦੇ ਹਾਂ ਕਿ ਓਡੀ ਲੀਡ ਤਾਂ ਮਾਲਵੇ ਜਿੰਨੀ ਨਹੀਂ ਮਿਲੀ, ਪਰ ਤੁਹਾਡੇ MLA ਜਿੱਤੇ ਨੇ। 1 ਸਾਲ ਦੇ ਵਿੱਚ ਇੱਦਾਂ ਦੀ ਸਥਿਤੀ ਪੈਦਾ ਹੋ ਗਈ ਕਿ ਤੁਹਾਡੀ ਪਾਰਟੀ ਕੋਲ 4 ਰਿਜ਼ਰਵ ਹਲਕੇ ਹੁੰਦੇ ਹੋਏ ਵੀ ਇੱਕ ਜ਼ਿਲ੍ਹਾ ਪੱਧਰ ਦਾ, ਇੱਕ ਲੋਕ ਸਭਾ ਮੈਂਬਰ ਲੜਾਉਣ ਵਾਲਾ ਇੱਕ ਉਮੀਦਵਾਰ ਨਹੀਂ ਸੀਗਾ, ਜਿਹੜਾ ਤੁਹਾਨੂੰ ਕਾਂਗਰਸ ਵਿੱਚੋਂ ਉਮੀਦਵਾਰ ਪੱਟ ਕੇ ਲਿਆਉਣਾ ਪਿਆ। ਦੇਖੋ ਜੀ, ਸਾਡੀ ਪਾਰਟੀ ਹੋਂਦ ਭਾਵੇਂ 2013 ਦੀ ਹੈ, 17 'ਚ ਜੋ ਰਿਜ਼ਲਟ ਆਏ ਉਹ ਬਿਲਕੁਲ ਨਿਰਾਸ਼ਾਜਨਕ ਸੀ। ਕਈ ਲੋਕ ਚਲੇ ਗਏ ਛੱਡ ਕੇ, ਕਈਆਂ ਦਾ ਮਨ ਟੁੱਟ ਗਿਆ, ਕੁਛ ਹੋ ਗਿਆ। 22 'ਚ ਜਿਵੇਂ ਹਵਾ ਚੱਲੀ, ਇੱਕ ਨਵੇਂ ਤਰੀਕੇ ਦਾ ਮਾਹੌਲ ਸਿਰਜੇਗਾ, ਨਵੇਂ ਲੋਕ ਆਏ। ਹੁਣ ਕੀ ਹੋਇਆ ਕਿ ਕਿਉਂਕਿ ਇਹ ਬੜੀ ਅਨਐਕਸਪੈਕਟਡ, ਚੌਧਰੀ ਸਾਹਿਬ ਦੀ ਮੌਤ ਬੜੀ ਮੰਦਭਾਗੀ ਸੀ ਅਤੇ ਅਨਐਕਸਪੈਕਟਡ ਸੀ, ਅਤੇ ਪਾਰਟੀ ਇੱਕ ਲੌਂਗ ਟਰਮ ਪਲਾਨ ਲਾ ਕੇ ਚੱਲ ਰਹੀ ਸੀ ਕਿ 2024 ਤੱਕ ਆਪਾਂ ਬੰਦੇ ਤਿਆਰ ਕਰਾਂਗੇ। ਬਦਕਿਸਮਤੀ ਨਾਲ ਕਿਉਂਕਿ ਇੰਨਾ ਘਟਨਾਕ੍ਰਮ ਇੱਕਦਮ ਵਾਪਰ ਗਿਆ, ਸੋ ਪਾਰਟੀ ਨੇ ਕਿਤੇ ਸੋਚਿਆ ਕਿ ਸਾਨੂੰ ਕੋਈ ਇਹੋ ਜਿਹੇ ਵਿਅਕਤੀ ਦੀ ਲੋੜ ਹੋਵੇ ਜਿਹਦਾ ਕਨੈਕਟ ਹੋਵੇ, ਜਿਹਦਾ ਮਾਸਸ ਨਾਲ ਕਨੈਕਟ ਹੋਵੇ, ਨੰਬਰ 1। ਨੰਬਰ 2, ਜਿਹੜਾ ਵਿਚਰਿਆ ਹੋਵੇ ਅਤੇ ਜਿਹਦੀ ਕੰਪੈਰੇਟਿਵ ਰੈਪੂਟੇਸ਼ਨ ਸਾਫ਼ ਹੋਵੇ। ਸੋ ਪਾਰਟੀ ਨੇ ਉਹ ਸੋਚ ਸਮਝ ਕੇ ਇਹਨਾਂ ਨੂੰ ਸ਼ਾਮਿਲ ਕੀਤਾ ਅਤੇ ਚੁਣਿਆ, ਪਹਿਲੀ ਗੱਲ। ਦੂਜੀ ਗੱਲ ਜਿਹੜੀ ਹੈ ਕਿ ਅਸੀਂ ਇਹਨੂੰ ਇਲੈਕਸ਼ਨਾਂ ਨੂੰ, ਅਤੇ ਜਿਹੜਾ ਵੋਟਰ ਹੈ ਉਹਨੂੰ ਅਸੀਂ ਧਾਰਮਿਕ ਜਾਂ ਜਾਤ ਦੇ ਵਿੱਚ ਵੰਡ ਕੇ ਨਹੀਂ ਦੇਖਦੇ। ਸਾਡਾ ਮੰਨਣਾ ਇਹ ਹੈ ਕਿ ਜਿਹੜੀ ਧਰਮ ਦੀ ਰਾਜਨੀਤੀ, ਜਿਹੜੇ ਸਮੀਕਰਨ ਲੱਗਦੇ, ਅਕਾਲੀ BSP ਸਮੀਕਰਨ ਹੈ। ਹੁਣ ਇੱਕ ਕਾਸਟ ਬੇਸਡ ਪਾਰਟੀ ਹੈ ਅਤੇ ਦੂਜੀ ਇੱਕ ਧਾਰਮਿਕ ਪਾਰਟੀ ਹੋਣ ਦਾ ਦਾਅਵਾ ਕਰਦੀ ਹੈ। ਉਹ ਧਰਮ ਨੂੰ ਫੋਲੋ ਕਰਦੀ ਜਿਹਦੀ ਜਾਤ ਪਾਤ ਹੈ ਹੀ ਨਹੀਂ, ਅਤੇ ਤੁਸੀਂ ਕਿਵੇਂ ਉਹ ਸਮੀਕਰਨ ਜੋੜੋਗੇ ਜੀ? ਕਿਸ ਤਰ੍ਹਾਂ ਤੁਸੀਂ ਉਹ ਕੰਟਰਡਿਕਸ਼ਨਸ ਨੂੰ ਕਿਵੇਂ ਮੀਟ ਕਰੋਗੇ ਜੀ? ਜਾਤ ਤਾਂ ਅਸੀਂ ਮੰਨਦੇ ਨਹੀਂ, ਪਰ ਫਿਰ ਵੀ ਅਸੀਂ ਮੰਨਦੇ ਵੀ ਹਾਂ। ਸੋ ਪਹਿਲਾ, ਕਾਂਗਰਸ ਨੇ ਜੋ ਰੋਲ ਪਲੇ ਕੀਤਾ ਪਿਛਲੇ ਸਾਲ 'ਚ, ਜਿਸ ਤਰ੍ਹਾਂ ਦੀਆਂ ਸ਼ਰਾਰਤਾਂ ਕੀਤੀਆਂ ਗਈਆਂ, ਜਿਸ ਤਰ੍ਹਾਂ ਦੀਆਂ ਹਰਕਤਾਂ ਕੀਤੀਆਂ ਗਈਆਂ ਕਿ ਹਰ ਤਰੀਕੇ ਨਾਲ ਵਿਘਨ ਪਾਇਆ ਜਾਵੇ, ਕੋਈ ਨਾ ਕੋਈ, ਐਂਡ ਬੜਾ ਰਿਸਪੌਂਸਿਬਲ ਆਪੋਜੀਸ਼ਨ ਦਾ ਰੋਲ ਨਹੀਂ ਪਲੇ ਕੀਤਾ। ਜਦੋਂ ਲੀਡਰ ਆਫ ਆਪੋਜੀਸ਼ਨ ਅਸੈਂਬਲੀ 'ਚ ਖੜ੍ਹ ਕੇ ਆਪਣੇ ਦੇਸ਼ ਦੀਆਂ ਪੈਰਾਮਿਲਟਰੀ ਫੋਰਸਿਸ ਨੂੰ ਈਸਟ ਇੰਡੀਆ ਕੰਪਨੀ ਦੀਆਂ ਫੋਰਸਿਸ ਨਾਲ ਕੰਪੇਅਰ ਕਰਦੇ ਆ, ਹਾਲਾਂਕਿ 15 ਸਾਲ ਤੋਂ ਉਹਨਾਂ ਕੋਲ ਸਿਕਿਉਰਿਟੀ ਵੀ ਹੈ, ਤਾਂ ਤੁਸੀਂ ਸਮਝ ਸਕਦੇ ਹੋ ਕਿ ਕਿਸ ਹੱਦ ਤੱਕ ਸ਼ਰਾਰਤ ਦੀ ਕੋਸ਼ਿਸ਼ ਕੀਤੀ ਗਈ। BJP ਤੇ ਅਕਾਲੀ ਹਲੇ ਹੱਥ ਪੈਰ ਮਾਰ ਰਹੇ ਹੈ। ਇਹਨਾਂ ਨੂੰ ਪਤਾ ਨਹੀਂ ਇਹ ਕੀ ਹੁੰਦਾ ਸੀ ਜੀ। ਹਿੰਦੂਆਂ ਨੂੰ ਡਰਾਓ, ਸਿੱਖਾਂ ਨੂੰ ਡਰਾਓ, ਫਿਰ ਹਿੰਦੂ ਸਿੱਖ ਭਾਈਚਾਰੇ ਲਈ ਇਕੱਠੇ ਹੋ। ਐਤਕੀ ਨਾ ਅਸੀਂ ਹਿੰਦੂ ਡਰਨ ਦਿੱਤੇ, ਨਾ ਸਿੱਖ ਡਰਨ ਦਿੱਤੇ, ਐਂਡ ਅਸੀਂ ਕਿਹਾ ਵੀ ਭਾਈਚਾਰਾ ਵਿਗੜਿਆ ਨਹੀਂ, ਤੁਸੀਂ ਇਕੱਠੇ ਕਾਹਦੇ ਲਈ ਹੋਵੋਗੇ? ਸੋ ਮੇਰਾ ਯਕੀਨ ਇਹ ਹੈ ਕਿ ਐਤਕੀ ਅਸੀਂ ਲੋਕਾਂ ਨਾਲ, ਲੋਕਾਂ ਦੇ ਮੁੱਦਿਆਂ ਦੀ ਗੱਲ ਕਰਾਂਗੇ। ਅਸੀਂ ਇਹ ਕਹਾਂਗੇ ਕਿ ਦੇਖੋ ਜੀ, ਤੁਹਾਡੇ ਬੱਚੇ ਦੀ ਸਿੱਖਿਆ ਲਈ ਆ ਸਕੂਲ ਬਣ ਰਹੇ ਨੇ, ਤੁਹਾਡੇ ਬੱਚੇ ਨੂੰ ਪੜ੍ਹਾਉਣ ਲਈ ਵਰਲਡ ਲੈਵਲ ਐਜੂਕੇਸ਼ਨ ਦੇਣ ਲਈ ਕੰਮ ਹੋ ਰਿਹਾ। 28,000 ਟੀਚਰ ਭਰਤੀ ਕੀਤਾ ਗਿਆ। ਤੁਹਾਡੇ ਇਲਾਜ ਲਈ ਪ੍ਰਾਇਮਰੀ ਹੈਲਥ ਸ਼ੁਰੂ ਹੋਇਆ ਹਲੇ, ਬਿਲਕੁਲ ਨਹੀਂ ਮੈਂ ਕਹੂੰਗਾ ਕਿ ਨੇੜੇ ਵੀ ਪਹੁੰਚੇ ਹਾਂ, ਪਰ ਪ੍ਰਾਇਮਰੀ ਸ਼ੁਰੂ ਕੀਤਾ, ਮਿਡਲ ਅਤੇ ਹਾਈ ਵੀ ਜਲਦੀ ਖੁੱਲ੍ਹ ਰਿਹਾ ਹੈ। ਤੁਹਾਨੂੰ ਰਾਸ਼ਨ ਡਿਲੀਵਰੀ, ਤੁਹਾਡਾ ਦਫ਼ਤਰਾਂ 'ਚ ਆਉਣ ਜਾਣ ਘਟਾਉਣ ਲਈ ਸਟੈਪਸ ਚੱਕੇ ਜਾ ਰਹੇ ਆ। ਸੋ ਜੋ ਸਰਕਾਰ ਨੇ ਗਰੰਟੀਆਂ ਦਿੱਤੀਆਂ ਸੀ, ਉਹਦੇ ਵੱਲ ਮਜ਼ਬੂਤੀ ਨਾਲ ਸਰਕਾਰ ਚੱਲ ਰਹੀ ਹੈ। ਐਂਡ ਇਹ ਮੈਨੂੰ ਨਹੀਂ ਲੱਗਦਾ, ਪਹਿਲੀ, ਤੁਸੀਂ ਪੱਤਰਕਾਰ ਹੋ, ਪਹਿਲੀ ਵਾਰੀ ਇਹੋ ਜਿਹੀ ਸਰਕਾਰ ਹੋਏਗੀ ਜਿਹੜੀ ਆਉਂਦੇ ਸਾਰ ਕੰਮ ਕਰ ਰਹੀ ਹੈ। ਅੱਗੇ ਸਰਕਾਰਾਂ ਅਖੀਰਲੇ ਸਾਲ 'ਚ ਕਰਦੀਆਂ ਹੁੰਦੀਆਂ। ਸੋ ਜਦੋਂ ਇਹ ਇੱਕ ਕਲਚਰ ਡਿਫਰੈਂਸ ਹੋਇਆ, ਤਾਂ ਮੈਨੂੰ ਨਹੀਂ ਲੱਗਦਾ ਕਿ ਲੋਕ ਜਾਤ ਜਾਂ ਧਰਮ ਦੇ ਸਮੀਕਰਨ ਮੰਨਣਗੇ ਐਤਕੀ। ਜੀ, ਜਿਹੜੀਆਂ ਗੱਲਾਂ ਇਸ ਵਕਤ ਪਾਰਟੀ ਦੇ ਜਾਂ ਤੁਹਾਡੀ ਸਰਕਾਰ ਦੇ ਖਿਲਾਫ ਤੁਹਾਡੇ ਵਿਰੋਧੀ ਪ੍ਰਚਾਰ ਰਹੇ ਨੇ, ਕਹਿ ਰਹੇ ਨੇ, ਉਹਨਾਂ ਦਾ ਬਣਦਾ ਵੀ ਕਹਿਣਾ, ਕਿਉਂਕਿ ਉਹ ਵਿਰੋਧੀ ਧਿਰ ਵੀ ਆਪਣਾ ਰੋਲ ਜਿਹੜਾ ਅਦਾ ਕਰੂਗੀ, ਤਾਂ ਹੀ ਲੋਕਾਂ ਨੇ ਉਹਨਾਂ ਨੂੰ ਇਹ ਮੈਂਡੇਟ ਦਿੱਤਾ ਹੈ। ਵੱਡੀਆਂ 3-4 ਗੱਲਾਂ ਨੇ ਜਿਹੜੀਆਂ ਇਸ ਵਕਤ ਤੁਹਾਡੇ ਖਿਲਾਫ ਲੋਕਾਂ ਦੇ ਦਿਲ ਦੇ ਵਿੱਚ ਬੈਠੀਆਂ ਹੋਈਆਂ ਨੇ। ਸਿੱਧੂ ਮੂਸੇਵਾਲ ਦੀ ਘਟਨਾ ਦੀ ਤੁਸੀਂ ਗੱਲ ਕਰ ਲਈ ਆ। ਉਸ ਤੋਂ ਬਾਅਦ ਭਾਵੇਂ ਤੁਹਾਡੀ ਸਰਕਾਰ ਉਸ ਦਾ ਗਠਨ ਨਹੀਂ ਸੀ ਹੋਇਆ,
ਪਰ ਲੋਕਾਂ ਨੇ ਤੁਹਾਨੂੰ ਮਤ ਦੇ ਦਿੱਤਾ ਸੀ ਸੰਦੀਪ ਨੰਗਲ ਅੰਬੀਆਂ ਦੀ ਮੌਤ ਵੇਲੇ। ਉਸ ਤੋਂ ਬਾਅਦ ਨਕੋਦਰ ਹਲਕੇ ਦੇ ਵਿੱਚ ਇੱਕ ਵਪਾਰੀ ਦਾ ਕਤਲ ਹੋ ਜਾਂਦਾ ਆ, ਔਰ ਛੋਟੇ ਛੋਟੇ ਬੱਚੇ ਅਸੀਂ ਆਪ ਬਿਲਕਦੇ ਦੇਖੇ ਨੇ। ਉਸ ਤੋਂ ਬਾਅਦ ਜਿਹੜੀ ਆਹ ਘਟਨਾ ਘਟੀ ਸਾਰੀ ਲਾਅ ਐਂਡ ਆਰਡਰ ਨੂੰ ਲੈ ਕੇ ਸਾਰੇ ਪੰਜਾਬ ਦੀਆਂ ਤਮਾਮ ਮਤਲਬ ਆਪਾਂ ਦਰਜਨਾਂ ਘਟਨਾ ਗਿਣਾ ਸਕਦੇ ਹਾਂ। ਲਾਅ ਐਂਡ ਆਰਡਰ ਤੋਂ ਆਣ ਕੇ ਜਿੱਥੇ ਤੁਹਾਡੀ ਸਰਕਾਰ 'ਤੇ ਤਿੱਖੇ ਸਵਾਲ ਖੜ੍ਹੇ ਹੋਏ ਨੇ ਇੱਕ ਲੋਕਾਂ ਦੇ ਦਿਲ ਦੇ ਵਿੱਚ ਡਰ ਇਸ ਚੀਜ਼ ਦਾ ਵੀ ਸਰਕਾਰ ਜਿਹੜੀ ਸੀਗੀ ਉਹ ਕਚਰ ਘਰੜ ਸੀਗੀ ਅਤੇ ਉਹਨਾਂ ਕੋਲੋਂ ਲਾਅ ਐਂਡ ਆਰਡਰ ਨਹੀਂ ਸੰਭਾਲਿਆ ਗਿਆ। ਸਹੂਲਤਾਂ ਤਾਂ ਜਿਹੜੀਆਂ ਸਾਰੀਆਂ ਸਰਕਾਰਾਂ ਆਉਂਦੀਆਂ ਦਿੰਦੀਆਂ ਹੀ ਆ। ਸਰ ਸਾਰੀਆਂ ਸਰਕਾਰਾਂ ਨਹੀਂ ਦਿੰਦੀਆਂ, ਬੇਸਿਕਸ ਦੀਆਂ ਗੱਲਾਂ ਨਹੀਂ ਕਰਦੀਆਂ ਕਿਉਂਕਿ ਹਾਲੇ ਤੀਆਂ ਆਪਣੇ ਕੋਲ ਸੀਗੀਆਂ ਨਹੀਂ। ਲਾਅ ਐਂਡ ਆਰਡਰ ਦੀ ਤੁਸੀਂ ਗੱਲ ਕੀਤੀ, ਦੇਖੋ 2-3 ਬੜੇ ਦੁਖਦ ਕਤਲ ਹੋਏ, ਪਰ ਪੰਜਾਬ 'ਚ ਇਹ ਕਤਲ ਪਹਿਲਾਂ ਵੀ ਹੋ ਰਹੇ ਸੀ, ਗੈਂਗਵਾਰਾਂ ਪਹਿਲਾਂ ਵੀ ਹੋ ਰਹੀਆਂ ਸੀ। ਫ਼ਰਕ ਕੀ ਪਿਆ? ਫ਼ਰਕ ਇਹ ਪਿਆ ਕਿ ਜਿਹੜਾ ਰਾਜਨੀਤਿਕ ਸੰਰਕਸ਼ਣ ਮਿਲਦਾ ਸੀ ਗੈਂਗਸਟਰਸ ਨੂੰ, ਗੁੰਡੇ ਕੀ ਸੀ? ਅਕਾਲੀ ਭਾਜਪਾ ਦੇ ਇੱਕ ਤਰਫ ਗੁੰਡੇ, ਇੱਕ ਪਾਸੇ ਕਾਂਗਰਸ ਦੇ ਸਪੋਰਟਡ ਗੁੰਡੇ, ਉਹਨਾਂ 'ਚ ਕਲੈਸ਼ ਹੋ ਰਿਹਾ ਸੀ। ਜਦੋਂ ਉਹ ਸੰਰਕਸ਼ਣ ਮੁੱਕ ਗਿਆ ਤੇ ਫਿਰ ਕੀ ਹੁੰਦਾ ਜੀ ਕਿ ਫਿਰ ਜਦੋਂ ਸੱਪ ਮਰਦਾ ਹੁੰਦਾ ਉਦੋਂ ਫਣ ਤਾਂ ਖਿਲਾਰਦਾ। ਉਹਦੇ ਵਿੱਚ ਸਾਡੇ ਕੁਝ ਨੌਜਵਾਨ ਮਾਰੇ ਗਏ, ਪਹਿਲੀ ਗੱਲ। ਦੂਜੀ ਗੱਲ, ਜੇ ਤੁਸੀਂ ਇੱਕ ਪ੍ਰੋਫਾਈਲ ਦੇਖੋ, ਜਿੰਨੇ ਵੱਡੇ ਗੈਂਗਸਟਰਸ ਨੇ ਜਾਂ ਮਾਰ ਦਿੱਤੇ ਗਏ ਜਾਂ ਬਾਹਰ ਦੇਸ਼ ਤੋਂ ਬਾਹਰ ਨੇ, 550 ਦੇ ਆਸ-ਪਾਸ ਪੰਜਾਬ ਪੁਲਿਸ ਨੇ ਇੱਕ ਸਾਲ 'ਚ ਵੱਡੇ ਗੈਂਗਸਟਰ ਨੈਟਵਰਕ ਫੜੇ ਨੇ ਜੀ। ਹਾਂ, ਕਤਲ ਹੋਏ, ਗੈਂਗ ਵਾਰਫੇਅਰ ਹੋਈ, ਪਰ ਜਦ ਦਾ ਸਿਚੁਏਸ਼ਨ 'ਤੇ ਗ੍ਰਿਪ ਪਾ ਲਿਆ ਗਿਆ, ਉਦੋਂ ਬਾਅਦ ਤੁਸੀਂ ਡਰੈਸਟਿਕ ਗ੍ਰਾਫ ਦੇਖੋ। ਮੈਂ ਨਹੀਂ ਕਹਿ ਰਿਹਾ, ਨੈਸ਼ਨਲ ਡੇਟਾ ਦੇਖੋ, ਆਪਾਂ ਨੰਬਰ 2 'ਤੇ ਹਾਂ ਜਿਹੜਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ 'ਚ। ਗੁਜਰਾਤ ਤੋਂ ਬਾਅਦ ਪੰਜਾਬ ਹੈ, ਪਹਿਲੀ ਗੱਲ। ਦੂਜੀ ਗੱਲ, ਰਿਪੋਰਟਿੰਗ ਵਧੀ ਹੈ ਸਰ, ਕ੍ਰਾਈਮ ਦੀ ਰਿਪੋਰਟਿੰਗ। ਪਹਿਲਾਂ ਲੋਕ ਡਰਦੇ ਰਿਪੋਰਟ ਨਹੀਂ ਕਰਦੇ ਸੀ, ਕਿਸੇ ਨੇ ਫਰੋਤੀ ਨੂੰ ਫੋਨ ਕੀਤਾ, ਪਹਿਲਾਂ ਲੋਕ ਡਰਦੇ ਨਹੀਂ ਬੋਲਦੇ ਸੀ। ਮੈਨੂੰ ਪਤਾ ਵਿਰੋਧੀ ਬੋਲਦੇ ਜੀ ਤਰਾਹੀ ਹੋ ਗਈ, ਬੀਜੇਪੀ ਵਾਲੇ ਘਰ ਕਹਿੰਦੇ ਵੀ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ, ਚਲੋ ਉਹ ਡਰਮੈਟਾਈਜ਼ੇਸ਼ਨ। ਨਕੋਦਰ ਵਾਲੇ ਮੁੰਡੇ ਨੇ ਰਿਪੋਰਟ ਦਿੱਤੀ ਸੀ ਐਸਐਸਪੀ ਨੂੰ, ਬਈ ਮੈਨੂੰ ਥ੍ਰੈਟ ਆ ਰਹੀ ਆ, ਉਹਦਾ ਫੇਰ ਵੀ ਕਤਲ ਹੋ ਗਿਆ। ਨਹੀਂ, ਬਿਲਕੁਲ ਰਿਪੋਰਟ ਦਿੱਤੀ, ਉਹਨਾਂ ਸਿਕਿਉਰਿਟੀ ਵੀ ਸੀ। ਸੋ ਗੱਲ ਇਹ ਹੁੰਦੀ ਹੈ ਸਰ, ਮੇਰਾ ਪਰਸਨਲ ਮੰਨਣਾ ਹੈ ਕਿ ਦੇਖੋ ਹਲੇ ਵੀ ਅਨਸਰ ਹੈਗੇ ਆ ਜਿਹੜੇ ਅਨਸਰ ਇਸ ਚੀਜ਼ 'ਤੇ ਚੱਲਦੇ ਆ, ਚਾਹੇ ਉਹ ਪੋਲੀਟੀਕਲ ਰੀਜ਼ਨ ਹੋਵੇ ਚਾਹੇ ਫਾਈਨੈਂਸ਼ੀਅਲ ਹੋਵੇ, ਹਲੇ ਵੀ ਇਹੋ ਜਿਹੇ ਅਨਸਰ ਹੈਗੇ। ਉਸ ਲੜਕੇ ਨਾਲ ਸਿਕਿਉਰਿਟੀ ਵੀ ਸੀ। ਬੜੀ ਬਦਕਿਸਮਤੀ ਦੀ ਗੱਲ ਹੈ ਕਿ ਕਿਸੇ ਵੀ ਮਾਂ ਦਾ ਬੱਚਾ ਮਰੇ, ਜੇ ਸਿਕਿਉਰਿਟੀ ਨਾ ਵੀ ਹੋਵੇ ਤਾਂ ਵੀ ਉਹਨੂੰ ਸਿਕਿਉਰਿਟੀ ਮਿਲਣੀ ਚਾਹੀਦੀ ਸੀ, ਭਾਵੇਂ ਉਹਦੇ ਨਾਲ ਸਿਕਿਉਰਿਟੀ ਗਾਰਡ ਨਾ ਵੀ ਹੁੰਦਾ, ਫਿਰ ਵੀ ਮਾਹੌਲ ਇਹੋ ਜਿਹਾ ਹੋਣਾ ਚਾਹੀਦਾ ਸੀਗਾ। ਬਟ ਤੁਸੀਂ ਇੱਕ ਗੱਲ ਦੇਖੋ ਕਿ ਜਦੋਂ ਇੱਕ ਤਾਣਾ ਬਾਣਾ ਬਣਿਆ ਹੋਵੇ, ਜਦੋਂ ਇੱਕ ਪੁਲਿਸ, ਇੱਕ ਪੋਲੀਟੀਕਲ ਸਿਸਟਮ ਐਂ ਚੱਲਦਾ ਹੋਵੇ ਕਿ ਇਹਨੂੰ ਛੱਡ ਦਿਓ, ਇਹ 'ਤੇ ਪਰਚਾ ਦੇ ਦਿਓ, ਇਹਨੂੰ ਰੱਖ ਲਓ, ਇਹਨੂੰ ਦੱਬ ਦਿਓ। ਸਰ ਆਦਤਾਂ ਚੇਂਜ ਕਰਨ ਨੂੰ ਥੋੜ੍ਹਾ ਜਿਹਾ ਸਮਾਂ ਲੱਗਦਾ, ਪਹਿਲੀ ਗੱਲ। ਐਂਡ ਦੂਜੀ ਗੱਲ, ਮੈਂ ਬਾਰ-ਬਾਰ ਇਹ ਮੰਨਦਾ ਕਿ ਹਾਲਾਂਕਿ 100% ਸਹੀ ਨਹੀਂ ਹੋਇਆ, ਪਰ ਜਿਸ ਤਰੀਕੇ ਦਾ ਟਰੈਕ ਰਿਕਾਰਡ ਹੈ, ਮੈਂ ਪਿਛਲੇ 3-4 ਮਹੀਨਿਆਂ ਦਾ ਘਟਨਾਕ੍ਰਮ ਕਹੂੰਗਾ, ਜਿਸ ਤਰੀਕੇ ਨਾਲ, ਜਿਸ ਮੈਚਿਓਰਿਟੀ ਨਾਲ ਅਜਨਾਲੇ ਨੂੰ ਹੈਂਡਲ ਕੀਤਾ ਗਿਆ, ਜਿਸ ਮੈਚਿਓਰਿਟੀ ਨਾਲ ਉਹ ਸਾਰਾ ਨੈਟਵਰਕ ਐਕਸਪੋਜ਼ ਕੀਤਾ ਗਿਆ, ਜਿਸ ਮੈਚਿਓਰਿਟੀ ਨਾਲ ਬਾਕੀ ਦੇ ਗੈਂਗਸਟਰਸ, ਇੱਥੋਂ ਹੁਣ ਪਤਾ ਕੀ ਲੱਗਦਾ ਸਰ, ਬਿਸ਼ਨੋਈ ਦੀ ਇੰਟਰਵਿਊ ਕੱਢ ਦਿੰਦੇ ਆ, ਇੰਟਰਵਿਊ ਕੱਢਦੇ ਆ ਉਦੋਂ ਦੀ ਪੰਜਾਬ ਦੇ ਵਿੱਚ ਜ਼ਿਆਦਾ ਹੋਇਆ ਆਈਸੋਲੇਸ਼ਨ 'ਚ, ਜਾਂ ਇੰਟਰਵਿਊ ਕੱਢਦੇ ਆ ਕਿ ਜਦੋਂ ਉਹਦੇ ਬਾਲ ਲੰਬੇ ਸੀ, ਦਾੜੀ ਲੰਬੀ ਸੀ, ਜਦੋਂ ਦਿੱਲੀ ਸੀ, ਸਾਡੇ ਕੋਲ ਉਦੋਂ ਨਹੀਂ ਆਇਆ ਸੀ। ਜਦੋਂ ਪੁਆਇੰਟ ਆਊਟ ਕਰਦੇ ਡੀਜੀਪੀ ਸਾਹਿਬ, ਤੁਸੀਂ ਦੇਖੋ ਕਿਸ ਹੱਦ ਤੱਕ ਫਾਰਵਰਡ ਪਲੈਨਿੰਗ ਕੀਤੀ ਉਹਨੇ ਕਿ ਇੱਕ ਬਾਲ ਕਟਾ ਕੇ ਵੀ ਇੰਟਰਵਿਊ ਕਰ ਲਈ ਸੀ। ਤੁਹਾਡਾ ਮੰਨਣਾ, ਮੈਂ ਸਵਾਲ ਤੁਹਾਡਾ ਮੰਨਣਾ ਆ ਕਿ ਜਿਸ ਦਿਨ ਡੀਜੀਪੀ ਪੰਜਾਬ ਕਹਿੰਦੇ ਕਿ ਇਸ ਵਕਤ ਲਾਰੈਂਸ ਦਾ ਇਹ ਹੁਲੀਆ ਨਹੀਂ ਹੈਗਾ, ਤੇ ਉਹਦੇ ਨਾਲ ਹੀ ਦੂਸਰੀ ਇੰਟਰਵਿਊ ਆ ਜਾਂਦੀ ਜੋ ਰਿਪੀਟ ਡੀਜੀਪੀ ਹੁਲੀਆ ਕੀਤਾ ਹੈ, ਵੀ ਇਹ ਇੰਟਰਵਿਊ ਵੀ ਉਸ ਤੋਂ ਪਹਿਲਾਂ ਦੀ ਕੀਤੀ ਹੋਈ ਆ। ਬਿਲਕੁਲ ਸਰ, ਦੋਵੇਂ ਇੰਟਰਵਿਊਜ਼ ਕੀਤੀਆਂ ਗਈਆਂ। ਜਿਹੜੇ ਜਾਣਕਾਰ ਨੇ ਇਸ ਕ੍ਰਾਈਮ ਵਰਲਡ ਦੇ, ਰਿਤੇਸ਼ ਲੱਖੀ ਦੀ ਮੈਂ ਰਿਪੋਰਟਿੰਗ ਸੁਣੀ ਹੈ, ਉਹ ਕਹਿੰਦੇ ਵੀ ਜਿਹੜੇ ਸਵਾਲ ਉਸ ਬੰਦੇ ਨੂੰ ਪੁੱਛੇ ਗਏ ਉਹ ਸਾਰੇ ਸਵਾਲ ਪੁਰਾਣੇ ਨੇ। ਜਿਹੜਾ ਕੰਟੈਂਪਰਰੀ ਸਵਾਲ, ਜਿਹੜਾ ਉਹਦੇ ਪੰਜਾਬ ਤੋਂ ਬਾਅਦ ਆਉਣ ਵਾਲਾ ਜਿਹੜਾ ਘਟਨਾਕ੍ਰਮ ਹੋਇਆ, ਉਹਦੇ ਬਾਰੇ ਕੋਈ ਸਵਾਲ ਨਹੀਂ ਪੁੱਛਿਆ ਗਿਆ। ਅਤੇ ਜਿਹਨੂੰ ਵੀ ਕਿਸੇ ਨੂੰ ਮਾੜਾ ਜਿਹਾ ਵੀ ਇਹਦਾ ਗਿਆਨ ਹੈ, ਉਹ ਇਹ ਦੱਸ ਸਕਦਾ ਕਿ ਪਹਿਲਾਂ ਦੀ ਕਰਕੇ ਸ਼ਰਾਰਤ ਕੀਤੀ ਜਾ ਰਹੀ ਹੈ, ਐਂਡ ਮੈਂ ਕਿਸੇ 'ਤੇ ਉਂਗਲ ਨਹੀਂ ਚੱਕੂੰਗਾ। ਇਸ ਤਰੀਕੇ ਨਾਲ ਸਿਆਸਤ ਹੁੰਦੀ ਸੀ, ਗੈਂਗਸਟਰਸ ਨੂੰ ਇਸਤੇਮਾਲ ਕੀਤਾ ਜਾਂਦਾ ਸੀ। ਆਪਣੇ ਬੱਚਿਆਂ ਨੂੰ ਕਾਲਜਾਂ 'ਚ ਕਦੇ ਇਲੈਕਸ਼ਨਾਂ ਤਾਂ ਹੋਈਆਂ ਨਹੀਂ ਸਰ 20-25 ਸਾਲਾਂ ਤੋਂ, ਅਤੇ ਪ੍ਰਧਾਨ ਲਾ ਦਿੰਦੇ ਸੀ, ਤੂੰ ਸੋਈ ਦਾ ਲੱਗ ਗਿਆ ਜੀ, ਤੂੰ NSUI ਦਾ ਲੱਗ ਗਿਆ ਜੀ, ਫਿਰ ਮੁੰਡਿਆਂ ਨੂੰ ਲੜਾਉਂਦੇ ਸੀ। ਉਹ 'ਚੋਂ ਹੀ ਨਿਕਲੇ ਆ ਸਰ ਗੈਂਗਸਟਰ, ਤਾਂ ਉਹ 'ਚੋਂ ਹੀ ਨਿਕਲਦੇ ਆ, ਵਿਗੜਦੇ ਖਰਾਬ ਹੋ ਗਏ। ਉਹ ਵੀ ਸਾਡੇ ਬੱਚੇ ਆ, ਉਹਨਾਂ ਨੂੰ ਵੀ ਮੌਕਾ ਹੈ, ਆਪਣੀ ਗਲਤੀਆਂ ਦਾ ਪ੍ਰਾਇਸ਼ਚਿਤ ਕਰ ਲਓ। ਪਰ ਹੁਣ ਇਹ ਹੈ ਕਿ ਸੰਰਕਸ਼ਣ, ਜੇ ਕੋਈ ਸੰਰਕਸ਼ਣ ਦਊਗਾ, ਮਾਈਂਡ ਯੂ, ਸਾਡਾ ਜਾਂ ਬਗਾਨਾ, ਭਾਵੇਂ ਜਿੰਨੀ ਮਰਜ਼ੀ ਪਾਵਰਫੁਲ ਪੋਜੀਸ਼ਨ 'ਤੇ ਹੋਵੇ, ਅਸੀਂ ਇਹ ਸਿੱਧ ਕਰ ਚੁੱਕੇ ਹਾਂ, ਬਖਸ਼ਾਂਗੇ ਨਹੀਂ। ਸੋ ਜਦੋਂ ਸਰ ਆਕਸੀਜਨ ਖਤਮ ਹੋਊਗਾ, ਆਪਣੇ ਆਪ ਸੱਪ ਮਰ ਜਾਊਗਾ। ਹਾਂ, ਇਹ ਇੱਕ ਸਮਾਜਿਕ ਪ੍ਰੋਬਲਮ ਹੈ। ਜਦੋਂ ਆਪਣੇ ਬੱਚੇ ਵਿਹਲੇ ਬੈਠੇ ਆ, ਪਹਿਲਾਂ ਸੱਥਾਂ 'ਚ ਬੁੜੇ ਬੈਠੇ ਹੁੰਦੇ ਸੀ, ਹੁਣ ਜਵਾਨ ਬੱਚੇ ਬੈਠੇ ਸਰ। ਜਦੋਂ ਬੱਚਿਆਂ ਕੋਲ ਨੌਕਰੀਆਂ ਨਹੀਂ, ਜਦੋਂ ਸਿੱਖਿਆ ਉਸ ਲੈਵਲ ਦੀ ਨਹੀਂ, ਤਾਂ ਬੱਚਿਆਂ ਨੇ ਗਲਤ ਰਾਹ ਜਾਣਾ। ਸਾਡਾ ਫੋਕਸ ਉਹਨਾਂ ਨੂੰ ਇਸ ਪਾਸਿਓਂ ਹਟਾ ਕੇ ਨਵੇਂ ਪਾਸੇ ਵੱਲ ਲਾਉਣਾ, ਐਂਡ ਉਮੀਦ ਕਰਦੇ ਹਾਂ ਕਿ ਸਾਰੇ ਪੰਜਾਬੀ ਸਾਥ ਦੇਣਗੇ। ਇਹ ਜੜੋਂ ਪ੍ਰੋਬਲਮ ਕੱਢੀ ਜਾ ਸਕਦੀ ਤੇ ਕੱਢ ਕੇ ਦਿਖਾਵਾਂਗੇ ਜੀ।
ਜਿਹੜੀ ਰਾਜਨੀਤੀ ਨੂੰ ਤੁਸੀਂ ਬਦਲਣ ਆਏ ਸੀ, ਜਿਹੜੀ ਰਾਜਨੀਤੀ ਦਾ ਲੋਕਾਂ ਨੇ ਇੱਕ ਨਵਾਂ ਅਧਿਆਏ ਦੇਖਣਾ ਸੀਗਾ, ਤੁਹਾਨੂੰ ਵੋਟ ਪਾਈ 92 ਐਮਐਲਏ ਦਾ ਪੰਜਾਬ ਦੀ ਇਸ ਸਿਆਸੀ ਫਿਜ਼ਾ ਦੇ ਵਿੱਚ ਇੱਕ ਰੈਕੋਰਡ ਆ। ਜਿਹੜੇ ਡੇਰਿਆਂ ਦੇ ਮਗਰ, ਜਿਹੜੇ ਧਾਰਮਿਕ ਸਥਾਨਾਂ ਦੇ ਮਗਰ ਅਕਾਲੀ ਭੱਜੇ ਫਿਰਦੇ ਸੀ, ਕਾਂਗਰਸੀ ਭੱਜੇ ਫਿਰਦੇ ਸੀ, ਬੀਜੇਪੀ ਵਾਲੇ ਭੱਜੇ ਫਿਰਦੇ ਸੀ, ਤੁਹਾਡੀ ਪਾਰਟੀ ਇੱਕ ਨਵਾਂ ਲੋਕਾਂ ਨੂੰ ਅਧਿਆਏ ਦੇਣ ਦੀ ਬਜਾਏ ਉਹੀ ਡੇਰਿਆਂ ਵਿੱਚ ਤੁਹਾਡੇ ਮੁੱਖ ਮੰਤਰੀ, ਤੁਹਾਡੇ ਅਰਵਿੰਦ ਕੇਜਰੀਵਾਲ ਗੇੜੇ ਕੱਢਦੇ ਫਿਰਦੇ ਨੇ। ਸਰ ਦੇਖੋ, ਮੈਂ ਪਰਸਨਲੀ ਤੁਹਾਨੂੰ ਦੱਸਾਂ, ਪਰਸਨਲੀ ਮੈਂ ਸੋਚਦਾ ਕਿ ਤੁਹਾਡਾ ਧਰਮ ਬੜਾ ਤੁਹਾਡਾ ਪਰਸਨਲ ਅਫੇਅਰ ਹੁੰਦਾ, ਇਹਨੂੰ ਸ਼ੇਅਰ ਨਹੀਂ ਕਰਨਾ ਚਾਹੀਦਾ। ਬਟ ਡੇਰੇ, ਗੁਰਦੁਆਰੇ, ਮੰਦਿਰ, ਗਿਰਜਾਘਰ ਆਪਣੇ ਸਮਾਜਿਕ ਤਾਣੇ ਬਾਣੇ ਦਾ ਹਿੱਸਾ ਹੈ। ਰਾਜਨੀਤੀ ਬਦਲਣ ਦਾ ਮਤਲਬ ਇਹ ਹੁੰਦਾ ਕਿ ਅਸੀਂ ਧਰਮ ਨੂੰ ਇਸਤੇਮਾਲ ਕਰਕੇ ਵੋਟਾਂ ਨਹੀਂ ਮੰਗਾਂਗੇ, ਅਸੀਂ ਧਰਮ ਦੇ ਨਾਂ 'ਚ ਵੋਟਾਂ ਨਹੀਂ ਮੰਗਾਂਗੇ। ਪਰ ਜੇ ਅਸੀਂ ਇੱਕ ਸਮੁਦਾਇ ਨੂੰ, ਇੱਕ ਸਮੁਦਾਇ ਵਿਸ਼ੇਸ਼ ਨੂੰ ਇਹ ਅਹਿਸਾਸ ਕਰਾ ਸਕਦੇ ਹਾਂ ਕਿ ਸਾਡੇ ਲਈ ਸਾਰੇ ਬਰਾਬਰ ਹੈ, ਅਸੀਂ ਸਭ ਨੂੰ ਮੰਨਦੇ ਹਾਂ, ਅਸੀਂ ਸਭ ਦੀ ਇੱਜ਼ਤ ਕਰਦੇ ਹਾਂ, ਉਹਨੂੰ ਮੈਂ ਗਲਤ ਨਹੀਂ ਸਮਝਦਾ। ਨੰਬਰ 1। ਨੰਬਰ 2, ਉੱਥੇ ਜੋ ਕਰਨ ਗਏ ਸੀ ਉਹਦਾ ਪਰਪਸ ਸੀ, ਉਹ ਜਿਹੜੀ ਭਗਤ ਰਵਿਦਾਸ ਜੀ ਦੀ ਬਾਣੀ ਹੈ ਉਹਨੂੰ ਇੰਟਰਪ੍ਰੇਟ ਕਰਕੇ, ਜੇ ਆਪਣੇ ਗੁਰੂ ਸਾਹਿਬਾਨ ਨੇ ਉਹ ਗੁਰੂ ਗ੍ਰੰਥ ਸਾਹਿਬ 'ਚ ਲਿਖੀ, ਜੇ ਉਹਨਾਂ ਦੀ ਬਾਣੀ ਨੂੰ ਇੰਨੀ ਦੁਨੀਆ ਮੰਨਦੀ ਹੈ, ਅਤੇ ਜੇ ਉਹਨੂੰ ਚੱਜ ਨਾਲ ਸਮਝਾਇਆ ਜਾਵੇ ਤਾਂ ਮੈਂ ਸਮਝਦਾ ਕਿ ਸਮਾਜ ਦੀਆਂ ਕੁਰੀਤੀਆਂ ਘਟ ਸਕਦੀਆਂ, ਕਿਉਂਕਿ ਇੰਟਰਪ੍ਰੀਟੇਸ਼ਨ ਹਰ ਬੰਦਾ ਆਪਣੇ ਹਿਸਾਬ ਨਾਲ ਕਰ ਦਿੰਦਾ। ਪਰ ਜੇ ਸਕਾਲਰਲੀ ਇੰਟਰਪ੍ਰੀਟੇਸ਼ਨ ਹੋਊਗੀ ਤਾਂ ਸਮਝ ਆਊਗੀ, ਤਾਂ ਸਿੰਪਲ ਭਾਸ਼ਾ ਸਮਝ ਆਊਗੀ। ਸੋ ਉਹ ਇੱਕ ਉਪਰਾਲਾ ਕਿ ਜੇ ਜਿਹਦੇ ਨਾਲ ਵੀ ਜੁੜੇ ਹੋ ਉਹਦਾ ਸੱਚ ਤਾਂ ਜਾਣੋ, ਉਹਦੇ 'ਤੇ ਰਿਸਰਚ ਤਾਂ ਕਰੋ। ਸੋ ਇਸ ਚੀਜ਼ ਨੂੰ ਮੈਂ ਗਲਤ ਨਹੀਂ ਮੰਨਦਾ। ਹਾਂ, ਜੇ ਕੋਈ ਜਾ ਕੇ ਡੇਰਿਆਂ 'ਤੇ ਵੋਟਾਂ ਮੰਗਦਾ ਜਾਂ ਜੇ ਕੋਈ ਜਾ ਕੇ ਡੇਰਿਆਂ ਦਾ ਸਮਰਥਨ ਮੰਗਦਾ, ਜੋ ਕਿ ਅਸੀਂ ਕਦੇ ਕਰਦੇ ਨਜ਼ਰ ਨਹੀਂ ਆਵਾਂਗੇ, ਅਸੀਂ ਕਦੇ ਜਾ ਕੇ ਕਿਸੇ ਡੇਰੇ ਦਾ ਸਮਰਥਨ ਨਹੀਂ ਮੰਗਾਂਗੇ, ਇਹ ਸਾਡੇ ਸਿਧਾਂਤਾਂ ਦੇ ਖਿਲਾਫ ਹੈ। ਹਾਂ, ਮੱਥਾ ਟੇਕਣਾ, ਤੁਸੀਂ ਮੈਨੂੰ ਕਹੋ ਕਿ ਆਹ ਟੇਬਲ 'ਚ ਮੇਰੀ ਆਸਥਾ ਹੈ, ਮੈਂ ਟੇਬਲ ਤੋਂ ਮੱਥਾ ਟੇਕ ਲੂੰਗਾ ਜੀ। ਸੋ ਅਸੀਂ ਤਾਂ ਪੰਜਾਬੀਆਂ ਦੀ ਆਸਥਾ 'ਚ ਮੰਨਦੇ ਹਾਂ, ਜੋ ਉਹਨਾਂ ਦੀ ਆਸਥਾ ਸਿਰ ਮੱਥੇ 'ਤੇ। ਐਂਡ ਇੱਕ ਮੈਂ ਬਦਲਾਵ ਇਹ ਜ਼ਰੂਰ ਦੇਖਿਆ ਸਰ, ਮੈਂ ਕਹਿੰਦਾ ਕਿ ਲੋਕਾਂ ਨੂੰ ਲੱਗਦਾ ਕਈ ਵਾਰੀ ਕਲੀਨ ਬ੍ਰੇਕ ਜੇ ਪੁਰਾਣੇ ਸਿਸਟਮ ਤੋਂ ਕਰ ਲਓ ਨਾ ਤੁਸੀਂ, ਉਹ ਲੋਕਾਂ ਨੂੰ ਕੰਟੀਨਿਊਟੀ ਲੱਗਦੀ ਨਹੀਂ ਕਿ ਇਹ ਤਾਂ ਬਿਲਕੁਲ ਹੀ ਪੁੱਠਾ ਹੋ ਗਿਆ ਕੰਮ। ਜਦੋਂ ਇਹ ਸਿਸਟਮ ਚੇਂਜ ਕਰਨਾ ਹੈ, ਇਹਨੂੰ ਥੋੜ੍ਹਾ ਜਿਹਾ ਸਮਾਂ ਲੱਗੇਗਾ, ਬਟ ਇਨ ਦਾ ਮੀਨ ਟਾਈਮ ਇੱਜ਼ਤ ਅਸੀਂ ਸਭ ਨੂੰ ਬਰਾਬਰ ਦੇਵਾਂਗੇ ਸਰ। ਅਹਿਬਾਬ ਗਰੇਵਾਲ ਜੀ, ਜੇ ਤੁਹਾਡੀ ਸਰਕਾਰ 'ਤੇ ਕਿੰਤੂ ਕਰਨਾ ਹੋਵੇ ਤਾਂ ਇਸ ਵਕਤ ਇਹ ਹੋ ਰਿਹਾ ਆ ਕਿ ਜਿਹੜਾ ਅੰਮ੍ਰਿਤਪਾਲ ਵਾਲਾ ਪੂਰਾ ਘਟਨਾਕ੍ਰਮ ਆ, ਕੇਂਦਰੀ ਏਜੰਸੀਆਂ ਦੀ ਸਪੋਰਟ ਵੀ ਤੁਸੀਂ ਲੈ ਲਈ, ਪੰਜਾਬ ਪੁਲਿਸ ਵੀ ਪੂਰੀ ਸક્ષਮ ਸੀਗੀ, 50-60 ਹਜ਼ਾਰ ਬੰਦਾ ਇਸ ਵਕਤ ਤਾਇਨਾਤ ਸੀਗਾ। ਅੱਜ ਲਗਭਗ 20 ਦਿਨ ਦੇ ਨੇੜੇ ਤੇੜੇ ਦਾ ਟਾਈਮ ਹੋ ਚੱਲਿਆ, ਹਜੇ ਤੱਕ ਅੰਮ੍ਰਿਤਪਾਲ ਪੁਲਿਸ ਦੀ ਨਾ ਗ੍ਰਿਫਤ ਵਿੱਚ ਆ, ਇਹ ਨਹੀਂ ਪਤਾ ਲੱਗ ਰਿਹਾ, ਅੰਮ੍ਰਿਤਪਾਲ ਫਰਾਰ ਆ, ਇਹ ਨਹੀਂ ਪਤਾ ਲੱਗ ਰਿਹਾ। ਇਹ ਪੂਰੇ ਘਟਨਾਕ੍ਰਮ ਦੇ ਵਿੱਚ ਜਿਸ ਤਰ੍ਹਾਂ ਤੁਹਾਡੇ ਵਿਰੋਧੀ ਕਹਿ ਰਹੇ ਨੇ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ, ਕੇਂਦਰ ਸਰਕਾਰ ਅਮਿਤ ਸ਼ਾਹ ਦਾ ਹੱਥ ਠੋਕਾ ਬਣ ਕੇ ਪੰਜਾਬ ਦੇ ਨੌਜਵਾਨਾਂ 'ਤੇ NSA ਲਾਇਆ। ਸਰ ਜੀ, ਅੰਮ੍ਰਿਤਪਾਲ ਇੱਕ ਪਿਆਦਾ ਹੈ, ਮੈਨੂੰ ਇਹਦੇ 'ਚ ਕਹਿਣ 'ਚ ਕੋਈ ਸ਼ੱਕ ਨਹੀਂ ਕਿ ਇੱਕ ਬੰਦਾ ਰਾਤ ਨੂੰ ਸੁੱਤਾ ਉੱਠਦਾ, ਉਹਨੂੰ ਸੁਪਨਾ ਆਉਂਦਾ ਕਿ ਜੀ ਮੈਂ ਤਾਂ ਜੀ ਨਵਾਂ ਮੁਲਕ ਬਣਾ ਰਿਹਾ, ਰਾਤੋਂ ਰਾਤ ਚੈਨਲ ਆ ਜਾਂਦੇ ਆ, ਉਹਨੂੰ ਚੱਕ ਦਿੰਦੇ ਆ, ਫਿਰ ਉਹ ਜਾਰਜੀਆ ਜਾ ਕੇ ਟ੍ਰੇਨਿੰਗ ਹੁੰਦੀ ਹੈ, ਫਿਰ ਉਹ ਬੰਦਾ ਆਉਂਦਾ, ਕਰੋੜਾਂ ਰੁਪਇਆ ਖਰਚ ਹੁੰਦਾ, 2.5 ਲੱਖ ਰੁਪਇਆ ਮਹੀਨਾ ਸਿਕਿਉਰਿਟੀ ਗਾਰਡ ਦੀ ਤਨਖਾਹ ਜਾਂਦੀ ਹੈ। 2.5 ਲੱਖ ਰੁਪਇਆ ਤਨਖਾਹ ਸੀ, 40 ਲਾਇਸੈਂਸ ਦਿੱਤੇ ਜੀ, ਇੱਕ ਲਾਇਸੈਂਸ ਨਹੀਂ ਦਿੱਤਾ, ਮੈਂ ਟ੍ਰਿਪਲ ਚੈੱਕ ਕੀਤਾ, ਇੱਕ ਲਾਇਸੈਂਸ ਨਹੀਂ ਦਿੱਤਾ, ਸਿਕਿਉਰਿਟੀ ਗਾਰਡ ਹਾਇਰਡ ਸੀ, ਪਹਿਲੀ ਗੱਲ। ਦੂਜੀ ਗੱਲ, 2-3 ਕਰੋੜ ਦੀਆਂ ਗੱਡੀਆਂ ਆ ਜਾਂਦੀਆਂ। ਤੀਜੀ ਗੱਲ, ਫਾਈਨੈਂਸ ਕੀਤਾ ਜਾਂਦਾ, ਇਹਦਾ ਮਤਲਬ ਕਿਸੇ ਤਾਕਤਵਰ ਸ਼ਕਤੀ ਦਾ ਹੱਥ ਸੀ। ਅਸੀਂ ਕਹਿੰਦੇ ਹਾਂ ਬਾਹਰਲੀਆਂ ਏਜੰਸੀਆਂ ਹੋਣ, ਸਾਨੂੰ ਸਾਡੀਆਂ ਦੇਸ਼ ਦੀਆਂ ਏਜੰਸੀਆਂ ਨੇ ਸਾਡੀ ਪੁਲਿਸ 'ਤੇ ਪੂਰਾ ਮਾਣ ਹੈ, ਪਹਿਲੀ ਗੱਲ। ਦੂਜੀ ਗੱਲ, ਅੰਮ੍ਰਿਤਪਾਲ ਦੇ ਨਾਲੋਂ ਉਹ ਸੋਚ ਖਤਮ ਕਰਨੀ ਜ਼ਰੂਰੀ ਸੀ, ਉਹ ਨੈਟਵਰਕ ਖਤਮ ਕਰਨਾ ਜ਼ਰੂਰੀ ਸੀ। ਟੋਟਲ 40 ਬੰਦਿਆਂ ਦੇ ਕੇਸ ਪਿਆ ਸਰ, 40 ਚੋਂ 40 ਕੇ 41 ਤੇ 33 ਤੇ ਨਾਰਮਲ ਕੇਸ ਪਏ ਨੇ, ਜਿਹੜੀ ਬੈਟਿੰਗ ਵਗੈਰਾ ਹੋਈ ਹੈ, 8 ਤੇ NSA ਲੱਗਿਆ। ਜਦੋਂ ਸਰ 28-30 ਕਰੋੜ ਰੁਪਈਆ ਆਇਆ, ਉਹ 28-30 ਕਰੋੜ ਰੁਪਏ ਕਿੱਥੋਂ ਤਾਂ ਆਇਆ ਨਾ, ਉਹਦਾ ਕੋਈ ਤਾਂ ਤਾਣਾ ਬਾਣਾ ਸੀ। ਅਤੇ ਜੇ ਲੋਕ ਇਹੋ ਜਿਹੇ ਨੇ ਜਿਹੜੀਆਂ ਉਹ ਏਜੰਸੀਆਂ ਦਾ ਇਸਤੇਮਾਲ ਕਰਕੇ 8 ਲੋਕ, ਉਹਨਾਂ 'ਤੇ NSA ਲੱਗਣਾ ਬਣਦਾ, ਬਾਕੀ ਕੋਰਟਸ ਨੇ। ਪਰ ਮੈਂ ਇੱਥੇ ਹੈਰਾਨ ਇਹ ਹੋ ਰਿਹਾ ਕਿ ਜਿਸ ਤਰ੍ਹਾਂ ਦਾ ਦੁਸ਼ਪ੍ਰਚਾਰ ਇਹ ਕਰ ਰਹੀਆਂ ਸੀ ਪਾਰਟੀਆਂ, ਕੋਈ ਕਹਿ ਰਿਹਾ ਜੀ 2000 ਬੰਦਾ ਚੱਕ ਲਿਆ। ਮੈਂ ਤੁਹਾਨੂੰ ਖੁਦ ਦਾ ਵਾਕਿਆ ਦੱਸਦਾ, ਗੁਰਸਿੱਖ ਬਾਣੇ ਵਾਲਾ ਬੱਚਾ ਮੇਰੇ ਗੁਆਂਢ 'ਚ ਮੈਨੂੰ ਜਾਣਦਾ, ਉਹਦਾ ਮੈਨੂੰ ਫੋਨ ਆਉਂਦਾ, ਕਹਿੰਦਾ ਜੀ ਅੰਕਲ ਪੰਗਾ ਪੈ ਗਿਆ। ਐਂਡ ਉਹ ਮੈਨੂੰ ਕਿਵੇਂ ਪਿਆਰ ਹੈ, 2017 ਇਲੈਕਸ਼ਨ ਵੇਲੇ ਬਹੁਤ ਵਾਰਾਂ ਸੁਣਾਉਂਦਾ ਸੀ ਉਹ। ਮੈਂ ਕੀ ਹੋਇਆ, ਕਹਿੰਦਾ ਅੰਕਲ ਮੈਨੂੰ ਥਾਣਿਓਂ ਫੋਨ ਆਇਆ ਮੁੱਲਾਂਪੁਰੋਂ। ਮੈਂ ਕਿਹਾ ਜੀ ਕੀ ਗੱਲ ਹੋ ਗਈ, ਕਹਿੰਦਾ ਉਹ ਕਹਿੰਦੇ ਕਿ ਤੂੰ ਭਾਈ ਪੋਸਟਾਂ ਪਾਈਆਂ ਨੇ। ਮੈਂ ਕਿਹਾ ਮੈਂ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਮੈਂਬਰ ਸੀ। ਮੈਂ ਕਿਹਾ ਬੇਟਾ ਬਿਲਕੁਲ ਠੀਕ, ਕੋਈ ਇਹਦੇ 'ਚ ਗੱਲ। ਮੈਂ ਕਿਹਾ ਪੋਸਟਾਂ, ਕਹਿੰਦਾ ਅੰਕਲ ਕਸੂਤੀਆਂ ਪਾਈਆਂ ਸੀ। ਮੈਂ ਕਸੂਤੀਆਂ ਪਾਈਆਂ ਸੀ, ਕਹਿੰਦਾ ਮੈਂ ਕਿਹਾ ਫਿਰ ਐਂ ਕਰ ਆਪਣੇ ਡੈਡੀ ਨਾਲ ਗੱਲ ਕਰਾ, ਆਪਣੇ ਫਾਦਰ ਸਾਹਿਬ ਨਾਲ ਗੱਲ ਕਰਾਉਂਦਾ। ਮੈਂ ਕਿਹਾ ਬਾਈ ਜੀ ਇੱਕ ਵਾਰੀ ਥਾਣੇ ਗੱਲ ਕਰੋ, ਸਮਝਾ ਕੇ ਬੰਦ ਕਰ ਦੇਣਗੇ, ਕੋਈ ਕੁਛ ਨਹੀਂ ਕਹਿੰਦਾ। ਮੈਨੂੰ 15 ਮਿੰਟ ਬਾਅਦ ਉਹਦੇ ਪਿਤਾ ਜੀ ਦਾ ਫੋਨ ਆਉਂਦਾ, ਕਹਿੰਦੇ ਬਾਈ ਬਿਲਕੁਲ ਸਹੀ, ਪੁਲਿਸ ਵਾਲੇ ਕਹਿੰਦੇ ਕਿ ਬੱਚੇ 'ਤੇ ਥੋੜ੍ਹੀ ਜਿਹੀ ਮੋਨੀਟਰਿੰਗ ਕਰੋ।
ਪਹਿਲੀ ਗੱਲ। ਦੂਜੀ ਗੱਲ, ਗੱਲਾਂ ਉਣਾਈਆਂ, ਉਹ ਸੁਹਾਣੇ ਗੁਰਦੁਆਰਾ ਸਾਹਿਬ ਇੱਕ ਬੱਚਾ ਪੇਪਰ ਦੇਣ ਆਇਆ, ਇਹ ਤੁਸੀਂ ਬਹੁਤ ਸੁਣਿਆ ਹੋਣਾ, ਉਹਨੂੰ ਚੱਕ ਲਿਆ। ਉਹ ਸਰ ਮੈਨੂੰ ਆਈ ਥਿੰਕ ਉਸ ਬੱਚੇ ਦਾ ਨਾਂ ਨਹੀਂ ਦੱਸਿਆ ਕਿਸੇ ਨੇ। ਮੈਂ ਉਹਨਾਂ ਨੂੰ ਪੁੱਛ ਮਾਰ ਗਿਆ ਕਿ ਬੱਚੇ ਦਾ ਨਾਮ ਤਾਂ ਦੱਸ ਦਿਓ, ਜੇ ਜੈਨੂਅਨਲੀ ਕਿਸੇ ਦਾ ਬੱਚਾ ਚੱਕਿਆ ਗਿਆ ਤੁਸੀਂ ਇੰਨੇ ਉਹਦੇ ਚਿੰਤਿਤ ਹੋ, ਉਹਦਾ ਨਾਮ ਤਾਂ ਦੱਸੋ, ਅਸੀਂ ਪਤਾ ਤਾਂ ਕਰਾਈਏ। ਕੋਈ ਚੱਕਿਆ ਹੀ ਨਹੀਂ ਗਿਆ। ਜਿਹੜਾ ਬਿਨਾਂ ਬਾਂਹ ਤੋਂ ਇੱਕ ਸਿੱਖ ਚੱਕ ਕੇ ਸੱਟਿਆ, ਜਿਹਨੂੰ ਕੋਈ ਲੋੜ ਨਹੀਂ ਇੱਜ਼ਤ ਨਾਲ ਵੀ ਲਿਜਾਇਆ ਜਾ ਸਕਦਾ, ਉਹ ਵੀ ਦੇਖੀ ਹੋਣੀ ਵਿਜ਼ੂਅਲ ਤੁਸੀਂ? ਵੀਡੀਓ ਸਭ ਦੇਖੀਆਂ ਨੇ। ਜਦੋਂ ਇੱਕ ਥਾਂ ਤੇ ਲੋਕ ਬੈਠਦੇ ਆ ਨਾ, ਅੱਜ ਕੱਲ੍ਹ ਕੀ ਹੋਇਆ, ਸੋਸ਼ਲ ਮੀਡੀਆ ਦਾ ਕੈਮਰੇ ਦਾ ਜ਼ਮਾਨਾ, ਠੀਕ ਹੈ। ਇੱਕ ਬੱਚਾ ਸਿੱਟਿਆ ਜੀ, ਸਿੱਖ ਨਹੀਂ, ਹਿੰਦੂ ਨਹੀਂ, ਮੁਸਲਮਾਨ ਨਹੀਂ, ਇੱਕ ਬੱਚਾ ਸੀ। ਪੁਲਿਸ ਉਸ ਟਾਈਮ ਤੇ ਬਹੁਤ ਮਾਨਸਿਕਤਾ ਹੁੰਦੀ ਹੈ। ਉਸ ਪਰਟੀਕੂਲਰ ਅਫਸਰ ਦੀ ਕੀ ਮਾਨਸਿਕਤਾ ਸੀ, ਉਹ ਪਰਟੀਕੂਲਰ ਉਸ ਟਾਈਮ ਤੇ ਕੀ ਕਰ ਰਿਹਾ ਸੀ, ਉਹਦਾ ਇਹ ਨਹੀਂ ਸੀ ਕਿ ਸਿੱਖਾਂ ਦੇ ਪ੍ਰਤੀ ਉਹਦੀ ਨਫ਼ਰਤ ਸੀ। ਉਸ ਟਾਈਮ ਤੇ ਉਸ ਸਿਚੁਏਸ਼ਨ 'ਚ ਜਿਹੜੇ ਉੱਥੇ 150 ਲੋਕ ਬੈਠੇ ਸੀ, ਕੀ ਨਾਅਰੇਬਾਜ਼ੀ ਚੱਲ ਰਹੀ ਸੀ, ਕੀ ਕਿਹਾ ਜਾ ਰਿਹਾ ਸੀਗਾ, ਕਿਹਦੇ ਕਹੇ ਤੇ ਹੋ ਰਿਹਾ ਸੀਗਾ, ਉਹ ਵੱਡੀ ਪਿਕਚਰ ਕਿਸੇ ਨੇ ਦੇਖੀ ਨਹੀਂ, ਪਹਿਲੀ ਗੱਲ। ਦੂਜੀ ਗੱਲ, ਇੰਟਰਨੈਟ ਬੰਦ ਹੋਇਆ ਜੀ 3 ਦਿਨ। ਉਹ ਜੀ ਪੰਜਾਬ 'ਚ ਇੰਟਰਨੈਟ ਬੰਦ ਕਰਤਾ। ਭਾਈ ਸਾਹਿਬ, ਜੇ 3 ਦਿਨ WhatsApp ਮੈਸੇਜ ਨਹੀਂ ਆਏ, ਕਿਸੇ ਦੇ ਬੱਚੇ ਦਾ ਘਾਟਾ ਤਾਂ ਨਹੀਂ ਹੋਣ ਦਿੱਤਾ, ਕਿਸੇ ਦਾ ਵੱਧ, ਕਦੇ ਗੁਰੂ ਦੀ ਬੇਅਦਬੀ ਤਾਂ ਨਹੀਂ ਹੋਣ ਦਿੱਤੀ। ਤੁਸੀਂ ਇਤਿਹਾਸ ਯਾਦ ਕਰੋ, 78 'ਚ ਕੀ ਹੋਇਆ ਸੀ, 78 ਤੋਂ ਬਾਅਦ 94 ਤੱਕ ਆਪਾਂ ਖੂਨ ਦੇ ਆਂਸੂ ਰੋਏ ਹਾਂ ਸਰਦਾਰ ਸਾਹਿਬ। ਤੁਸੀਂ ਇਹ ਯਾਦ ਕਰੋ ਕਿ ਜਦੋਂ ਇਹ ਖਰਾਬੀਆਂ ਨਹੀਂ ਹੋਣ ਦਿੱਤੀਆਂ ਤਾਂ ਇੰਨਾ ਕੁ ਕਸ਼ਟ ਮੈਂ ਨਹੀਂ ਸਮਝਦਾ ਇਹ ਬਿਮਾਰੀ ਨੂੰ ਕੱਢਣ ਲਈ, ਪਹਿਲੀ ਗੱਲ। ਦੂਜੀ ਗੱਲ, 40 ਬੰਦੇ ਜੀ, ਇਹ ਸਾਰੇ ਛੜਯੰਤਰ 'ਚ 40 ਬੰਦੇ, ਜਿਨ੍ਹਾਂ 'ਚੋਂ 7 ਜਾਂ 8 ਦੀ ਪੂਰੀ ਇਨਵੋਲਵਮੈਂਟ ਸੀ, ਬਾਕੀ ਚਾਹੇ ਫਸੇ, ਚਾਹੇ ਉਹਨਾਂ ਨੂੰ ਬਰਗਲਾਇਆ ਗਿਆ, ਉਹਨਾਂ ਤੇ ਇਹੋ ਜਿਹੀ ਕੜੀ ਦਫਾਵਾਂ ਨਹੀਂ ਲੱਗੀਆਂ। ਜਿਨ੍ਹਾਂ ਤੇ ਐਸੇ 7-8 ਬੰਦਿਆਂ ਦੇ ਲੱਗੀ ਹੈ ਤਾਂ ਛੜਯੰਤਰ ਤਾਂ ਹੋਇਆ ਸਰ। ਜੇ ਛੜਯੰਤਰ ਹੋਇਆ, ਉਹਨੂੰ ਫੜਨਾ ਤਾਂ ਜ਼ਰੂਰੀ ਹੈ ਨਾ ਸਰ। ਤੇ ਇਹਨੂੰ ਦੇਖੋ ਐਜ਼ ਅ ਲਾਅ ਐਂਡ ਆਰਡਰ, ਹਿੰਦੂ ਸਿੱਖ ਪ੍ਰੋਬਲਮ ਨਾ ਦੇਖੋ। ਗਰੇਵਾਲ ਸਾਹਿਬ, ਆਪਾਂ ਆਉਂਦੇ ਹੁਣ ਜਲੰਧਰ ਉਪ ਚੋਣ ਤੇ। 1 ਸਾਲ ਤੋਂ ਵੱਧ ਦਾ ਸਮਾਂ ਤੁਹਾਡੀ ਸਰਕਾਰ ਨੂੰ ਹੋ ਗਿਆ। ਮੈਂ ਤਕਰੀਬਨ ਪੰਜਾਬ ਪੱਧਰ ਤੇ ਰਿਪੋਰਟਿੰਗ ਕਰਦਾ। ਤੁਹਾਡੇ 9 ਵਿਧਾਨ ਸਭਾ ਹਲਕੇ 'ਚ 4 MLA ਨੇ, 5 ਤੁਹਾਡੇ ਹਲਕਾ ਇੰਚਾਰਜ ਨੇ। ਜੋ ਇੱਥੇ ਅਫਸਰਸ਼ਾਹੀ ਦਾ ਅਸੀਂ ਹਾਲਾਤ ਦੇਖੇ ਨੇ ਕਿ ਤੁਹਾਡੇ MLA ਸਾਹਿਬਾਨ ਦੇ ਕਹਿਣ 'ਤੇ ਜਾਂ ਤੁਹਾਡੇ ਜਿਹੜੇ ਵੀ ਨੁਮਾਇੰਦਿਆਂ ਦੇ ਕਹਿਣ 'ਤੇ, ਮਤਲਬ ਅਫਸਰਾਂ ਨੇ ਪੂਰਾ ਤੁਹਾਡੇ ਤੰਤਰ ਜਿਹੜਾ ਤੁਹਾਡਾ ਕੇਡਰ ਆ, ਉਹਨਾਂ ਨੂੰ ਪੂਰਾ ਰੋਲਿਆ। ਉਹਨਾਂ ਦੇ ਕਹੇ 'ਤੇ ਕੋਈ ਕੰਮ ਨਹੀਂ ਹੋਇਆ। ਕਿਸੇ ਅਫਸਰ ਦੀ ਬਦਲੀ ਕਿਸੇ ਤੁਹਾਡੇ ਮੁਲਾਜ਼ਮ ਦੇ, ਆਪਣੇ MLA ਦੇ ਕਹਿਣ 'ਤੇ ਨਹੀਂ ਹੋਈ। ਜਿਸ ਤਰ੍ਹਾਂ ਦਾ ਰੁੱਖਾਪਨ ਅਫਸਰਸ਼ਾਹੀ ਦਾ ਪੰਜਾਬ ਪੱਧਰ 'ਤੇ ਰਿਹਾ ਤੇ ਇਸ ਜ਼ਿਲ੍ਹੇ 'ਚ ਵੀ ਰਿਹਾ, ਕੀ ਤੁਹਾਨੂੰ ਖਮਿਆਜਾ ਭੁਗਤਣਾ ਪੈ ਸਕਦਾ? ਸਰ, ਪਹਿਲੀ ਗੱਲ, ਇੱਕ ਨਾ ਪ੍ਰੋਬਲਮ ਸੀ। ਪ੍ਰੋਬਲਮ ਇਹ ਸੀ ਕਿ ਅਫਸਰ ਹੁੰਦੇ ਸੀ ਇਹ ਕਾਂਗਰਸੀਆਂ ਦੇ, ਅਕਾਲੀਆਂ ਦੇ ਅਫਸਰ। ਕਦੇ ਪੰਜਾਬ ਦੇ ਅਫਸਰ ਨਹੀਂ ਸੁਣੇ ਸੀ ਪਿਛਲੇ 20-25 ਸਾਲਾਂ 'ਚ। ਅਸੀਂ ਪੰਜਾਬ ਦੇ ਅਫਸਰ ਕੱਢਣ ਲੱਗੇ, ਪਹਿਲੀ ਗੱਲ। ਦੂਜੀ ਗੱਲ, ਜਿਹੜੀ ਇੰਟਰਫੇਰੈਂਸ ਸੀ ਕਿ ਇਹਨੂੰ ਬਦਲਾ ਦਿਓ, ਇਹਨੂੰ ਕਰ ਦਿਓ, ਉਹ ਬੰਦ ਹੋਈ। ਹਾਂ, ਇਹਦੇ ਕਿਤੇ ਕੁਛ ਹੋਇਆ ਕਿ ਕੁਛ ਇਹੋ ਜਿਹੇ ਬੜੀਆਂ ਸਟਰੋਂਗ ਲੌਬੀ ਸੀਗੀਆਂ, ਬੜੀਆਂ ਸਟਰੋਂਗ ਲੌਬੀ ਸੀ ਜਿਹੜੀਆਂ ਨਹੀਂ ਚਾਹੁੰਦੀਆਂ ਸੀ ਇਹ ਹੋਵੇ, ਜਿਨ੍ਹਾਂ ਦਾ ਤੋਰੀ ਫੁਲਕਾ ਬੰਦ ਹੁੰਦਾ ਸੀ। ਉਹ ਤਾਣਾ ਬਾਣਾ, ਐਂਡ ਆਪਾਂ ਨੂੰ ਲੱਗਦਾ ਵੀ SHO ਜਾਂ DC ਤੱਕ ਕਿ ਜੀ ਇਹ ਤਾਂ ਜੀ ਇਹ ਬੜੇ ਸੀਨੀਅਰ ਲੈਵਲ ਐਂਡ ਹੈਗੇ ਵੀ ਜ਼ਿਲ੍ਹੇ, ਬਟ ਜਿਹੜੀ ਮੇਨ ਅਫਸਰਸ਼ਾਹੀ ਹੈ, ਇਹ ਜੇ ਆਪਾਂ 22 ਪੌੜੀਆਂ ਦਾ ਮੈਂ ਉਦਾਹਰਨ ਦਿੰਦਾ, ਜੇ 22 ਪੌੜੀਆਂ ਨੇ ਤਾਂ DC ਤੇ SSP ਤੇ ਕਮਿਸ਼ਨਰ ਤੀਜੀ ਪੌੜੀ ਹੈ। ਜਿਹੜੀਆਂ ਬਾਕੀ ਦੀਆਂ ਉਨੀਆਂ ਪੌੜੀਆਂ ਤੁਸੀਂ ਤਾਣਾ ਬਾਣਾ ਉੱਤੋਂ ਠੀਕ ਕਰਦੇ ਲਿਆਉਂਦੇ ਹੋ। ਪੰਜਾਬ ਸੈਕਟਰੀਏਟ 'ਚ ਇਹੋ ਜਿਹੇ ਬੰਦੇ ਬੈਠੇ ਸੀ ਸੀਨੀਅਰ, ਜਿਹੜੇ 18-18 19-19 ਸਾਲ ਦੇ ਬੈਠੇ ਸੀ, ਉਹਨਾਂ ਨੂੰ ਹਿਲਾਇਆ ਗਿਆ। ਉਹਨਾਂ ਨੂੰ ਹਿਲਾ ਕੇ ਇੱਕ ਤਾਣਾ ਬਾਣਾ ਪੰਜਾਬ ਦੇ ਅਫਸਰ, ਜਿਹਨੂੰ ਆਪਾਂ ਕਹਿੰਦੇ ਮਿੱਟੀ ਝਾੜ ਕੇ ਕੱਢੇ ਗਏ, ਉਹਨਾਂ ਨੂੰ ਕੰਮ ਲਾਇਆ ਗਿਆ। ਮੋਟਾ ਜੇ ਮੈਨੂੰ ਇਹ ਦੱਸੋ ਕਿ ਕਿਤੇ ਕੋਈ ਬਦਲਾਖੋਰੀ ਦੀ ਰਾਜਨੀਤੀ ਜਾਂ ਬਦਲਾਖੋਰੀ ਦੇ ਪਰਚੇਬਾਜ਼ੀ ਕਿਤੇ ਆਪਾਂ ਸੁਣੀ ਪਿਛਲੇ ਸਾਲ 'ਚ? ਨਹੀਂ ਸੁਣੀ। ਕਰਪਸ਼ਨ ਦੇ ਖਿਲਾਫ ਟੁੱਟ ਕੇ ਪਏ ਕਿ ਨਹੀਂ ਪਏ? ਕੀ ਲੋਕਾਂ ਨੂੰ, ਇਹ ਸਾਡੀ ਕੋਸ਼ਿਸ਼ ਕੀ ਹੈ ਕਿ ਲੋਕਾਂ ਦਾ ਜਿਹੜਾ ਕੰਟੈਕਟ ਹੈ ਆਫਿਸਿਸ 'ਚ ਬਹੁਤ ਮਿਨੀਮਲ ਰਵੇ। ਜਿੰਨਾ ਘੱਟ ਕੰਟੈਕਟ ਓਨੀ ਘੱਟ ਕਰਪਸ਼ਨ। ਸੋ ਸਾਡੀ ਕੋਸ਼ਿਸ਼, ਜਿਵੇਂ ਦਿੱਲੀ 'ਚ ਇੱਕ ਨੰਬਰ ਇਸ਼ੂ ਕੀਤਾ, ਤੁਸੀਂ ਰਾਸ਼ਨ ਕਾਰਡ ਇਹ ਉਹ ਕਰਾਉਣਾ, ਬੱਚਾ ਆਊਗਾ 100 ਰੁਪਇਆ ਲਊਗਾ, ਐਕਸਟਰਾ ਫੀਸ ਲਊਗਾ, ਕਰਾ ਕੇ ਦੇ ਦੂਗਾ। ਸੋ ਸਾਡੀ ਕੋਸ਼ਿਸ਼ ਉਸ ਚੀਜ਼ 'ਤੇ ਲਿਆਉਣ ਦੀ। ਮੈਂ ਤੁਹਾਨੂੰ ਉਦਾਹਰਨ ਦਿੰਦਾ, TS1 ਸ਼ਹਿਰੀ ਏਰੀਆ 'ਚ ਲੈਣਾ ਬਹੁਤ ਵੱਡੀ ਗੱਲ ਹੁੰਦੀ ਹੈ। ਉਹ ਨਿੱਜਰ ਸਾਹਿਬ ਨੇ ਇੱਕ ਕੀਓਸਕ ਲਾਂਚ ਕੀਤਾ ਕਿ ਜਦੋਂ ਵੀ ਭਰਾਊਗਾ ਉਹ ਸੈਂਟਰਲ ਇੱਕ ਡੇਟਾਬੇਸ ਨਾਲ ਹੁਕਟ ਅਪ ਹੋਊਗਾ। ਜੇ ਤੁਸੀਂ ਆਪਣੇ TS1 ਦੇ ਆਪਣੇ ਟੈਕਸ ਭਰਾਓ, ਟੈਕਸ ਭਰਾ ਕੇ ਤਾਂ ਤੁਹਾਡਾ ਸੈਂਟਰਲ ਡੇਟਾਬੇਸ ਪਤਾ ਲੱਗ ਜੂ। ਸਰ, ਮੈਂ 12 ਬੰਦਿਆਂ ਨੂੰ ਭੇਜਿਆ, ਮੈਂ ਕਿਹਾ ਐਤਕੀ ਜਾ ਕੇ ਦੇਖੋ। ਸਰ, 150 ਰੁਪਏ TS1 ਲੈ ਕੇ ਆਏ। 150 ਰੁਪਏ, ਜਿਹੜਾ ਕਦੇ ਸੋਚਿਆ ਵੀ ਨਹੀਂ ਸੀ। ਕਿਉਂ? ਕਿਉਂਕਿ ਤੁਸੀਂ ਟੈਕਸ ਭਰਾਤਾ। ਸੈਂਟਰ ਦੇ ਵਿੱਚ ਇੱਕ ਬੈਠਾ 35 ਸੈਕਟਰ ਜਿਹੜਾ ਇਹਨਾਂ ਦਾ ਆਫਿਸ ਹੈ, ਉਹਦੇ 'ਚ ਇੱਕ ਕੰਪਿਊਟਰ ਰੂਮ ਹੈ, ਉਹਦੇ 'ਚ ਰੋਜ਼ ਦੀਆਂ ਰੋਜ਼ ਚੈੱਕ ਹੁੰਦੀਆਂ ਨੇ ਕਿ 1200 ਐਪਲੀਕੇਸ਼ਨਾਂ ਆਈਆਂ, ਭਾਈ ਕਿੰਨੀਆਂ ਕਲੀਅਰ ਹੋਈਆਂ। ਹਫਤੇ ਦਾ ਟਾਈਮ ਹੈ, ਜੇ ਉਹ ਕਲੀਅਰ ਨਹੀਂ ਹੁੰਦੀਆਂ, ਉਹ ਤਾਂ ਹਿਸਾਬ ਲਿਆ ਜਾਂਦਾ। ਸੋ ਕਿਸੇ ਨਾ ਕਿਸੇ ਤਰੀਕੇ ਸਿਸਟਮਸ ਇਨ ਪਲੇਸ ਲਾਉਣ ਨੂੰ ਸਮਾਂ ਲੱਗਦਾ। ਐਂਡ ਉਪਚੋਣ ਬਾਰੇ ਮੈਂ ਇੱਕ ਗੱਲ ਕਹੂੰਗਾ ਸਰ, ਦੇਖੋ ਲੋਕਾਂ ਨੂੰ ਨਜ਼ਰ ਕੀ ਆ ਰਿਹਾ, ਇੰਪਲੋਇਮੈਂਟ 'ਤੇ ਕੰਮ ਹੋ ਰਿਹਾ, ਐਜੂਕੇਸ਼ਨ ਨੂੰ ਸਾਕਸ਼ਰ ਬਣਾਉਣ ਦੀ ਲੋੜ ਹੈ ਤਾਂ ਕਿ ਉਹਨੂੰ ਇੰਡਸਟਰੀ ਨਾਲ ਜੋੜੀਏ, ਉੱਤੇ ਕੰਮ ਸ਼ੁਰੂ ਹੋ ਗਿਆ। ਗਰੀਬ ਆਦਮੀ ਕੀ ਮੰਗਦਾ ਜੀ? ਇਲਾਜ ਵੇਲੇ ਜੇਬ ਨਾ ਕੱਟੀ ਜਾਵੇ, ਉੱਤੇ ਕੰਮ ਸ਼ੁਰੂ ਹੋ ਗਿਆ। ਠੀਕ ਹੈ ਜੀ। ਮੋਰ ਇੰਪੋਰਟੈਂਟਲੀ,
ਇਸ ਚੀਜ਼ ਤੇ ਕਿ ਆਪਣੇ ਬੱਚਿਆਂ ਕੋਲ ਐਵਨਿਊਜ਼ ਹੋਣ। ਜਿਵੇਂ ਨੌਜਵਾਨ ਮੀਟਿੰਗਾਂ ਹਰ ਮਹੀਨੇ 'ਚ 2 ਰੱਖਣ ਲੱਗੇ ਸਟਾਰਟਅਪਸ ਲਈ, ਠੀਕ ਹੈ ਜੀ, ਜਾਂ ਕਿਸਾਨੀ ਨੂੰ ਵਧੀਆ ਕਰਨ ਲਈ, ਆਪਣੇ ਬੱਚਿਆਂ ਨੂੰ ਪਿੰਡਾਂ 'ਚ ਦੇਣ ਲਈ ਨਵੀਆਂ ਸਕੀਮਾਂ ਲਾ ਰਹੀ। ਸੋ ਲੋਕਾਂ ਨੂੰ, ਵਪਾਰੀਆਂ ਨੂੰ, ਮੈਂ ਬੜਾ ਪਲੈਜ਼ੈਂਟਲੀ ਸਰਪ੍ਰਾਈਜ਼ ਸੀ। ਮੈਂ ਇੰਡਸਟਰੀ ਦੀ ਮੀਟਿੰਗ ਦੇਖੀ, 2-3 ਇਨਵੈਸਟਰ ਆਏ, ਮੈਨੂੰ ਮਿਲੇ, ਉਹ ਕਹਿੰਦੇ ਵੀ ਮਿਲਾ ਦਿਓ ਉੱਥੇ ਜਿਹੜੇ ਇੰਚਾਰਜ ਨੇ। ਮੈਂ ਭੇਜਿਆ, ਉਹ ਮੈਨੂੰ ਨਿਕਲ ਕੇ ਕਹਿੰਦੇ ਵੀ ਪਹਿਲੀ ਵਾਰੀ ਹੋਇਆ, ਮੈਨੂੰ 15 ਸਾਲ ਹੋ ਗਏ ਆਉਂਦੇ ਨੂੰ, ਮੇਰੇ ਤੋਂ ਕਿਸੇ ਨੇ ਕਮਿਸ਼ਨ ਨਹੀਂ ਮੰਗਿਆ। ਮੈਂ ਉਹਨਾਂ ਨੂੰ ਪਹਿਲਾਂ ਕਿਹਾ ਸੀ, ਮੈਂ ਕਿਹਾ ਸਰ ਤੁਹਾਡੇ ਕਾਰਪੋਰੇਟ ਕਮਿਸ਼ਨ ਚੱਲਦੇ ਇੱਧਰ, ਨਾ ਕੋਈ ਮੰਗੂਗਾ ਨਾ ਆਫਰ ਕਰਿਓ, ਕੰਮ ਖਰਾਬ ਹੋ। ਉਹੀ ਗੱਲ ਉਹਨਾਂ ਨੇ ਮਾਨ ਸਾਹਿਬ ਨੂੰ ਕਹੀ, ਤੇ ਮਾਨ ਸਾਹਿਬ ਇੰਡਸਟਰੀ ਦੀ ਮੀਟਿੰਗ 'ਚ ਲੁਧਿਆਣੇ 'ਚ ਬੋਲ ਕੇ ਜਾਂਦੇ ਕਿ ਮੈਨੂੰ ਕਹਿੰਦਾ ਕਿ ਜੀ ਪਹਿਲੀ ਵਾਰੀ ਮਜ਼ਾ ਆਇਆ, ਮੈਨੂੰ ਕਿਸੇ ਨੇ ਕੰਮ ਕਰਨ ਨੂੰ ਕਿਹਾ, ਮੈਨੂੰ ਕਿਸੇ ਨੇ ਵਿੱਚ ਕੁਝ ਨਹੀਂ ਕਿਹਾ। ਇੰਡਸਟਰੀ ਦੀ ਕੁਝ ਡਿਮਾਂਡ ਸੀਗੀਆਂ, ਅਸੀਂ ਕਿਹਾ ਵੀ ਗਿਵ ਐਂਡ ਟੇਕ ਕਰੋ। ਉਹ ਵੀ ਕਹਿੰਦੇ ਸਾਡੀ 70-75% ਡਿਮਾਂਡ ਬੰਨੀ ਗਈ। ਮਾਨ ਸਾਹਿਬ ਕਹਿੰਦੇ ਠੀਕ ਹੈ, ਕਹਿੰਦੇ ਹੁਣ ਜਿਹੜੀ 25% ਰਹਿ ਗਈ ਉਹ ਆਪਾਂ 5 ਸਾਲਾਂ 'ਚ ਕੱਢ ਲੈਂਦੇ ਹਾਂ, ਤੁਹਾਡੀਆਂ ਮਿਹਨਤਾਂ ਮੰਨ ਲਈਆਂ। ਸੋ ਸਰ ਇੱਕ ਤਾਣਾ ਬਾਣਾ ਬਣਾਉਣ ਨੂੰ ਸਮਾਂ ਲੱਗਦਾ। ਮੈਨੂੰ ਲੱਗਦਾ ਕਿ ਜਲੰਧਰ ਦੇ ਲੋਕ ਆ 1 ਸਾਲ ਦੀ ਕੋਸ਼ਿਸ਼ਾਂ, ਐਫਰਟਸ ਤੇ ਤਾਣੇ ਬਾਣੇ ਨੂੰ ਜ਼ਰੂਰ ਨੰਬਰ ਦੇਣਗੇ, ਜ਼ਰੂਰ ਨੰਬਰ ਦੇਣਗੇ। ਗਰੇਵਾਲ ਸਾਹਿਬ ਸਮਾਂ ਦਿੱਤਾ, ਬੜੀ ਮਿਹਰਬਾਨੀ ਤੁਹਾਡਾ ਬਹੁਤ ਬਹੁਤ ਧੰਨਵਾਦ। ਅਹਿਬਾਬ ਗਰੇਵਾਲ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰਾ ਨਾਲ ਤੁਹਾਨੂੰ ਇਹ ਗੱਲਬਾਤ ਕਿਵੇਂ ਦੀ ਲੱਗੀ? ਕੀ ਆਮ ਆਦਮੀ ਪਾਰਟੀ ਜਲੰਧਰ ਉਪਚੋਣ ਜਿੱਤ ਪਾਵੇਗੀ ਕਿ ਜਾਂ ਨਤੀਜੇ ਹੋਰ ਤਰ੍ਹਾਂ ਦੇ ਹੋਣਗੇ? ਇਹ ਕਮੈਂਟ ਕਰਕੇ ਰਾਏ ਤੁਸੀਂ ਦੇਣਾ। ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।